गुरु प्यारी गुरु सवारी गुरु साध संगत जीओ गुर फतेह प्रवान करो जी। वाहिगुरु जी का खालसा वाहिगुरु जी की फतेह। गुरु प्यारिओ अज दा जो दिहाड़ा है महान ते पवित्र दिहाड़ा शहीदां दे सरताज धन धन साहिब श्री गुरु अर्जन देव साहिब महाराज जी का शहीदी दिवस विश्व पद्धर दे उपर असी अज मना रहे हैं। पंचम पातशाह दी पंथ नूं महान देन है, महान योगदान है, महान कारज कीते ने। पंथ सदा ही गुरु महाराज जी का ऋणी रहेगा क्योंकि अज साहिब श्री गुरु ग्रंथ साहिब महाराज जी के रूप दे विच असी गुरबाणी जदों पढ़ते हाँ, गुरबाणी विचारते हाँ तां साडा जीवन है जिहड़ा यह कीमती जीवन ਇਹਦੇ ਵਿੱਚ ਸੁਧਾਰ ਹੋ ਜਾਂਦਾ ਹੈ। ਜਿੱਥੇ ਅਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਕਲਯੁਗ ਦੀਆਂ ਹਨੇਰੀਆਂ ਦੇ ਵਿੱਚ ਅੱਗ ਦੇ ਵਿੱਚ ਤਪ ਰਹੇ ਹਾਂ, ਸਾਡਾ ਸੀਨਾ ਤਪਦਾ, ਸਾਡਾ ਦਿਮਾਗ ਤਪਦਾ, ਅਸੀਂ ਬੁਰਾਈਆਂ ਦੇ ਵਿੱਚ ਫਸੇ ਹੋਏ ਆ, ਉੱਥੇ ਪੰਚਮ ਪਾਤਸ਼ਾਹ ਜੀ ਦੀ ਮਹਾਨ ਦੇਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ ਤਾਂ ਮਨ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ, ਸੀਤਲ ਹੋ ਜਾਂਦਾ, ਅਜਿਹੀ ਅਵਸਥਾ ਦੇ ਵਿੱਚ ਚਲੇ ਜਾਂਦਾ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। उस महान गुरु दे गुण गाने ने, उस महान गुरु दी सिफत करनी है, उस गुरु दे बारे बारे जाना है, उस गुरु दे बलिहारे जाना है, उहदियां कुर्बानियां दे बलिहारे जाना है जिन्हां दी कुर्बानी सदका अज असीं ये जीवन जीउ रहे हाँ। साडे ते तरस कीता गुरु महाराज जी ने, उन्हां दे तरस सदका असीं वधिया जीवन जीउ रहे हाँ। सदा ही शुक्रगुजार पातशाह दा होना चाहिए। महान कुर्बानी अजिही कुर्बानी एशिया दे विच विश्व दे विच नहीं वेखी जा सकदी ते वो कुर्बानियां दा जिहड़ा दौर शुरू होया है वो शुरू हुंदा हुंदा गुरु काल तो लेके 16वीं 17वीं 18वीं 19वीं 20वीं 21वीं सदी तक निरंतर जारी रहा। शांतमई दौर ते शांति दी जिहड़ी भावना है ये तमाम जिहड़े अज विषय ने इन्हां पर टॉपिकां दे उपर गल करांगे कि असीं अज प्रेरणा की लईए। गुरु महाराज जी का शहीदी दिहाड़ा तो मना रहे हैं पर उन्होंने जीवन चों असीं वो किहड़े अंश लईए, वो किहड़ियां प्रेरणादायक घटनावां सन जिन्हां दे नाल सानूं प्रेरणा लैके जीवन दे विच अगे वध के जिहड़ा गुरु दे सन्मुख होके जीवन जीउण दी जांच सीखनी चाहिए है। इन्हां गुरु दीयां सिफतां दे लई गुरु विचारां करन दे लई नौजवान कथावाचक प्रचारक सिंह साहब भाई गुरपाल सिंह तिम्मोवाल जी ਸਾਡੇ ਨਾਲ ਅੱਜ ਮੌਜੂਦ ਰਹਿਣਗੇ। ਬਹੁਤ ਬਹੁਤ ਸ਼ੁਕਰਾਨੇ ਜੀ ਹਾਜ਼ਰੀ ਲਵਾਉਣ ਲਈ, ਧੰਨਵਾਦ। ਗੁਰਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਜੀ ਦੇ ਬਚਪਨ ਦੀਆਂ ਕੁਝ ਘਟਨਾਵਾਂ ਜਿਹੜੀਆਂ ਤੁਹਾਡੇ ਦਿਲ ਨੂੰ ਛੂਹੀਆਂ ਨੇ, ਕਿਉਂਕਿ ਇਤਿਹਾਸ ਤਾਂ ਸਾਰੇ ਪੜ੍ਹਦੇ ਨੇ ਪਰ ਕੁਝ ਘਟਨਾਵਾਂ ਜਿਹੜੀਆਂ ਤੁਹਾਡੇ ਦਿਲ ਨੂੰ ਛੂਹੀਆਂ ਨੇ ਤੇ ਉਹਨਾਂ ਘਟਨਾਵਾਂ ਦੇ ਵਿੱਚੋਂ ਸਾਨੂੰ ਕਿਹੜੀ ਪ੍ਰੇਰਨਾ ਮਿਲਦੀ ਹੈ ਜੀ, ਸਾਨੂੰ ਕੀ ਸਿੱਖਣਾ ਚਾਹੀਦਾ ਬਚਪਨ ਦੇ ਵਿੱਚ ਤੇ ਆਪਣੀ ਨੌਜਵਾਨ ਪੀੜ੍ਹੀ ਜਾਂ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਕੀ ਸਿੱਖਿਆਵਾਂ ਦੇਣੀਆਂ ਚਾਹੀਦੀਆਂ ਨੇ ਗੁਰੂ ਜੀਵਨ ਕਾਲ ਚੋਂ ਲੈ ਕੇ? ਵੇਖੋ ਗੱਲ ਤਾਂ ਇਵੇਂ ਆ, ਸਭ ਤੋਂ ਪਹਿਲਾਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਲਈ ਸਾਡੇ ਜ਼ਰੂਰੀ ਨੇ ਰਿਸ਼ਤੇ। ਵੀ ਸਾਡੇ ਰਿਸ਼ਤੇ ਜਿਹੜੇ ਆ ਉਹ ਕਿੱਦਾਂ ਦੀ ਸੋਚ ਦੇ ਧਾਰਨੀ ਜੀ। ਹੁਣ ਜਦੋਂ ਗੁਰੂ ਘਰ ਦੇ ਵਿੱਚ ਵੇਖੀਦਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਦੇ ਨਾਨਾ ਜੀ ਰੱਬ ਨਾਲ ਭੇਦ ਹੋਏ ਸਨ, ਉਹਨਾਂ ਦੇ ਪਿਤਾ ਰੱਬ ਨਾਲ ਇੱਕਮਿਕ ਹੋਏ ਸਨ ਜੀ, ਉਹਨਾਂ ਦੇ ਮਾਤਾ ਜੀ ਰੱਬ ਦੀ ਯਾਦ ਵਿੱਚ ਲੀਨ ਰਹਿੰਦੇ ਸਨ। ਜਦੋਂ ਘਰ ਦਾ ਮਾਹੌਲ ਇੱਦਾਂ ਦਾ ਹੋਵੇ ਫਿਰ ਇਹੋ ਜਿਹੇ ਮਾਹੌਲ ਵਿੱਚੋਂ ਉਵੇਂ ਦਾ ਹੀ ਜਿਹੜਾ ਗੁਲਾਬ ਖਿੜੇਗਾ। ਕਿਉਂਕਿ ਤੁਸੀਂ ਝਾਤੀ ਮਾਰ ਕੇ ਵੇਖੋ ਦੋ ਚੀਜ਼ਾਂ ਅਹਿਮ ਹੁੰਦੀਆਂ। ਇੱਕ ਤਾਂ ਜਦੋਂ ਕੋਈ ਫਸਲ ਬੀਜਣੀ ਹੈ ਉਹਦੇ ਲਈ ਜ਼ਮੀਨ ਜ਼ੋਰ ਵਾਲੀ ਹੋਣੀ ਚਾਹੀਦੀ ਹੈ, ਦੂਸਰਾ ਉਹ ਬੀਜ ਜਿਹੜਾ ਹੈ ਉਹ ਤਾਕਤਵਰ ਹੋਣਾ ਚਾਹੀਦਾ ਹੈ। ਉਹਦੇ ਵਿੱਚੋਂ ਅਸੀਂ ਚੰਗੀ ਖੇਤੀ ਨੂੰ ਕਿਆਸ ਕਰਦੇ ਹਾਂ, ਫਿਰ ਉਹਨੂੰ ਸਮੇਂ-ਸਮੇਂ ਪਾਣੀ ਮਿਲਣਾ, ਖਾਦ ਦਵਾਈ ਮਿਲਣੀ, ਇਹ ਵੀ ਨਾਲ ਨਾਲ ਚੱਲਦਾ ਹੈ। ਅਸੀਂ ਜ਼ਿੰਦਗੀ ਵਿੱਚ ਸਾਡੇ ਘਰ ਵੀ ਬੱਚੇ ਹੈ, ਅਸੀਂ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਜਿਹੜੀ ਜ਼ਮੀਨ ਵਿੱਚ ਬੱਚੇ ਪੈਦਾ ਹੋਣੇ ਹੈ ਉਹ ਜ਼ਮੀਨ ਜਿਹੜੀ ਬੰਜਰ ਪਈ ਰਹਿ ਜਾਂਦੀ ਹੈ ਜੀ, ਉਹਦੇ ਵਿੱਚ ਪੈਣ ਵਾਲਾ ਬੀਜ ਵੀ ਕੋਈ ਏਡੀ ਨਸਲ ਦਾ ਨਹੀਂ ਹੁੰਦਾ। ਫਿਰ ਜੇ ਉਹ ਬੀਜ ਉੱਗ ਵੀ ਪਵੇ ਘਰ ਦੇ ਵਿੱਚ ਛੋਟਾ ਜਿਹਾ ਬੱਚਾ ਹੋਵੇ ਤੇ ਉਹਦੀ ਕਾਂਟ ਛਾਂਟ ਨਹੀਂ ਹੁੰਦੀ। ਅਸੀਂ ਆਪਣਾ ਟੀਵੀ ਜ਼ਿੰਦਗੀ ਜਿਉਣ 'ਚ ਬੀਜੀ ਹੈ, ਬੱਚਾ ਆਪਣੇ ਹਿਸਾਬ ਨਾਲ ਆਪਣੇ ਤਜਰਬੇ ਕਰਕੇ ਜ਼ਿੰਦਗੀ ਜਿਉਂਦਾ ਹੈ।
ਭਾਵ ਕਿ ਉਹਦੇ ਲਈ ਅਸੀਂ ਸਿੱਖਣ ਲਈ ਕੀ ਛੱਡਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰਦਾ ਜੀ। ਪਰ ਇਹ ਮਾਹੌਲ ਏਡੇ ਕਮਾਲ ਦਾ ਸੀ। ਮਾਤਾ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਉਹਨਾਂ ਦਾ ਵਿਆਹ ਗੁਰੂ ਰਾਮਦਾਸ ਜੀ ਦੇ ਨਾਲ ਹੋਇਆ। ਉਦੋਂ ਉਹ ਭਾਈ ਜੇਠਾ ਜੀ ਸਨ ਜੀ। ਭਾਈ ਜੇਠਾ ਜੀ ਵਿਆਹ ਕਰਾਉਣ ਤੋਂ ਬਾਅਦ ਮਾਤਾ ਭਾਨੀ ਜੀ ਦੇ ਨਾਲ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਹੀ ਰਹੇ ਜੀ। ਉਹਨੇ ਇੱਕ ਸ਼ਰਤ ਰੱਖੀ, ਮੈਨੂੰ ਦਾਜ ਵਿੱਚ ਇੱਕ ਚੀਜ਼ ਜ਼ਰੂਰ ਦਿਓਗੇ, ਜਿੰਨਾ ਚਿਰ ਤੁਸੀਂ ਇਸ ਧਰਤੀ ਤੇ ਬਿਰਾਜਮਾਨ ਹੋ ਉਹਨਾਂ ਚਿਰ ਸਰੀਰਕ ਰੂਪ ਤੇ ਵੀ ਮੈਨੂੰ ਆਪਣੇ ਤੋਂ ਦੂਰ ਨਾ ਕਰਿਓ। ਵਿਆਹ ਲਈ ਤਾਂ ਮਨਜ਼ੂਰੀ ਹੈ। ਉਹਨਾਂ ਨੇ ਇਸ ਸ਼ਰਤ ਨੂੰ ਮੰਨ ਲਿਆ ਜੀ। ਭਾਵੇਂ ਇੱਕ ਵਾਰ 1567 ਵਿੱਚ ਉਹ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਹੈ, ਪਰ ਦੁਵੱਲਿਓਂ ਹੀ ਦਿਲ ਨਹੀਂ ਲੱਗਾ, ਨਾ ਗੁਰੂ ਅਮਰਦਾਸ ਜੀ ਦਾ ਲੱਗਾ ਨਾ ਗੁਰੂ ਰਾਮਦਾਸ ਜੀ ਦਾ ਲੱਗਾ। ਮੁਹੱਬਤ ਆਪਸ ਵਿੱਚ ਇੰਨੀ ਸੀ ਕਿ ਰਿਸ਼ਤਾ ਦਾਮਾਦ ਵਾਲਾ ਜਾਂ ਸਹੁਰੇ ਵਾਲਾ ਨਹੀਂ ਸੀ, ਰਿਸ਼ਤਾ ਜਿਹੜਾ ਸੀ ਸਾਰੀਆਂ ਹੱਦਾਂ ਪਾਰ ਕਰਕੇ ਜਿਹੜਾ ਮੁਹੱਬਤ ਵਾਲਾ ਸੀ ਜੀ। ਸੋ ਗੁਰੂ ਰਾਮਦਾਸ ਜੀ ਉੱਥੇ ਰਹਿੰਦੇ ਹੋਏ ਗੁਰੂ ਅਮਰਦਾਸ ਜੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਸੀ। ਮਾਤਾ ਭਾਨੀ ਜੀ ਹਰ ਪਲ, ਇੱਥੋਂ ਤੱਕ ਆਪਾਂ ਪੜ੍ਹਦੇ ਹਾਂ ਵੀ ਇਸ਼ਨਾਨ ਕਰਾਉਂਦਿਆਂ ਇੱਕ ਵਾਰ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਦਾ ਪਾਵਾ ਟੁੱਟ ਗਿਆ ਸੀ। ਹਾਂਜੀ। ਉਸ ਪਾਵੇ ਦੀ ਜਗ੍ਹਾ ਜਿਹੜਾ ਸੀ ਮਾਤਾ ਭਾਨੀ ਜੀ ਨੇ ਆਪਣਾ ਪੈਰ ਕਰ ਦਿੱਤਾ ਸੀ, ਭਾਵੇਂ ਪੈਰ ਜ਼ਖਮੀ ਹੋ ਗਿਆ, ਖੂਨ ਵਗਿਆ, ਪਰ ਇਥੋਂ ਪਤਾ ਲੱਗਦਾ ਵੀ ਕਿੰਨੀ ਸ਼ਿੱਦਤ ਨਾਲ ਗੁਰੂ ਰਾਮਦਾਸ ਜੀ ਤੇ ਉਹਨਾਂ ਦੀ ਪਤਨੀ ਬੀਬੀ ਭਾਨੀ ਜੀ ਗੁਰੂ ਅਮਰਦਾਸ ਦੀ ਸੇਵਾ ਵਿੱਚ ਜੁਟਦੇ ਸੀ। ਮਾਂ-ਬਾਪ ਦੀ ਸੇਵਾ ਦਾ ਜਿਹੜਾ ਸੰਕਲਪ ਇੱਥੋਂ ਸਿੱਖਣਾ ਚਾਹੀਦਾ। ਇੱਥੋਂ ਫਿਰ ਇੱਕ ਮਨੁੱਖ ਦੀ ਤਰੱਕੀ ਵਿੱਚ ਅਹਿਮ ਰੋਲ ਉਹਦੀ ਪਤਨੀ ਦਾ ਵੀ ਹੋਇਆ ਕਰਦਾ ਜੀ। ਜੇ ਕੋਈ ਪਤਨੀ ਇਹ ਨਹੀਂ ਕਹਿੰਦੀ ਵੀ ਚਲੋ ਮੈਨੂੰ ਗੁਰਦੁਆਰੇ ਲੈ ਕੇ ਚਲੋ, ਆਪਾਂ ਵੇਖੋ ਆਪਾਂ ਪਤੀ ਨੂੰ ਕਹਿ ਸਕਦੇ ਮੈਨੂੰ ਸਿਨੇਮੇ ਲੈ ਕੇ ਚਲੋ, ਮਾਲ ਲੈ ਕੇ ਚਲੋ, ਵਿਆਹ ਵਿੱਚ ਲੈ ਕੇ ਚਲੋ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਚਲੋ ਗੁਰਦੁਆਰੇ ਲੈ ਕੇ ਚਲੋ। ਬਾਕੀ ਰਹੀ ਗੱਲ ਦੂਸਰੀ ਇਹ ਹੈ ਕਿ ਇਹ ਦੁਮੇਲ ਹੋਣਾ ਚਾਹੀਦਾ ਇਸਤਰੀ ਤੇ ਮਰਦ ਦਾ। ਇਹ ਇੱਕ ਦੂਜੇ ਨੂੰ ਬਾਂਹ ਫੜ ਕੇ ਆਪਾਂ ਜ਼ਿੰਦਗੀ ਵਿੱਚ ਲੀਹ ਤੋਂ ਡਿੱਗਣੋਂ ਬਚਾਉਣਾ ਹੁੰਦਾ ਹੈ, ਸਿੱਧੇ ਰਸਤੇ ਤੇ ਤੁਰਨਾ ਸਿਖਾਉਣਾ ਹੁੰਦਾ ਹੈ। ਜੇ ਪਤਨੀ ਲੀਹ ਤੋਂ ਉਤਰਦੀ ਹੈ ਤੇ ਪਤੀ ਹੱਥ ਫੜ ਕੇ ਰਸਤਾ ਦਿਖਾਵੇ, ਜੇ ਪਤੀ ਲੀਹ ਤੋਂ ਡਿੱਗਦਾ ਹੈ ਤੇ ਪਤਨੀ ਹੱਥ ਫੜ ਕੇ ਰਸਤਾ ਦਿਖਾਵੇ। ਇਹ ਜਿਹੜਾ ਮਾਰਗ ਹੈ ਇਹ ਜ਼ਿੰਦਗੀ ਵਿੱਚ ਚੰਗੀ ਔਲਾਦ ਨੂੰ ਜਨਮ ਦਿੰਦਾ ਹੈ। ਇਸ ਤਰੀਕੇ ਨਾਲ ਉੱਥੇ 1500 ਤੇ ਲਗਭਗ 57 ਦੇ ਵਿੱਚ ਉਹਨਾਂ ਦੀ ਕੁੱਖੋਂ ਬਾਬਾ ਪ੍ਰਿਥੀ ਚੰਦ ਦਾ ਜਨਮ ਹੁੰਦਾ ਹੈ ਜੀ। 1560 ਵਿੱਚ ਬਾਬਾ ਮਹਾਦੇਵ ਦਾ ਜਨਮ ਹੁੰਦਾ ਹੈ। 15 ਅਪ੍ਰੈਲ 1563 ਨੂੰ ਮਾਤਾ ਭਾਨੀ ਦੀ ਕੁੱਖੋਂ ਗੁਰੂ ਰਾਮਦਾਸ ਜੀ ਦੇ ਘਰ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜੀ। ਗੁਰੂ ਅਰਜਨ ਸਾਹਿਬ ਜੀ ਦੀ ਮੁੱਢਲੀ ਵਿਦਿਆ ਆਪਣੀ ਨਾਨਾ ਜੀ ਕੋਲੋਂ ਹੋਈ, ਕਿਉਂਕਿ ਨਾਨਾ ਜੀ ਜਦੋਂ ਪ੍ਰਸ਼ਾਦਾ ਛਕਦੇ ਸੀ, ਗੁਰੂ ਅਮਰਦਾਸ ਜੀ ਬਜ਼ੁਰਗ ਸੀ ਜੀ, ਤੇ ਅਸਕਰੀ ਰਿੜਦੇ ਗੁਰੂ ਅਰਜਨ ਸਾਹਿਬ ਉਹਨਾਂ ਦੀ ਥਾਲੀ ਕੋਲ ਆ ਜਾਂਦੇ ਸੀ। ਬੱਚੇ ਨੂੰ ਆਦਤ ਹੁੰਦੀ ਹੈ, ਜਦੋਂ ਉਹਨਾਂ ਨੇ ਗੁਰੂ ਅਮਰਦਾਸ ਜੀ ਕੋਲੋਂ ਥਾਲੀ ਖਿੱਚ ਕੇ ਆਪਣੇ ਅੱਗੇ ਕਰ ਲੈਣੀ, ਉਹਨਾਂ ਮੁਸਕਰਾ ਕੇ ਕਹਿਣਾ ਆ ਪਈ ਥਾਲੀ ਦਿਆ ਮਾਲਕਾ। ਇੱਥੋਂ ਤੱਕ ਜਦੋਂ ਕਦੇ ਉਹਨਾਂ ਨੇ ਖੇਡਦਿਆਂ ਆ ਕੇ ਪਲੰਘੇ ਤੇ ਚੜ੍ਹਨ ਦੀ ਕੋਸ਼ਿਸ਼ ਕਰਨੀ, ਜਿਹੜੇ ਪਲੰਘੇ ਤੇ ਗੁਰੂ ਅਮਰਦਾਸ ਜੀ ਬੈਠੇ ਹੁੰਦੇ ਸੀ ਉਹਨਾਂ ਆਵਾਜ਼ ਦੇ ਕੇ ਕਹਿਣਾ ਆ ਪਲੰਘੇ ਦਿਆ ਮਾਲਕਾ। ਫਿਰ ਇੱਕ ਵਾਰ ਉਹ ਖਿੱਦੋ ਨਾਲ ਖੇਡ ਰਹੇ ਸੀ, ਖਿੱਦੋ ਜਿਹੜੀ ਸੀ ਉਹ ਰਿੜ ਕੇ ਗੁਰੂ ਅਮਰਦਾਸ ਜੀ ਜਿਹੜੇ ਕਮਰੇ 'ਚ ਬਿਰਾਜਮਾਨ ਸੀ, ਉਹ ਥੋੜ੍ਹਾ ਜਿਹਾ ਕਮਰਾ ਖੁੱਲ੍ਹਾ ਸੀ, ਉਹਦੇ ਵਿੱਚੋਂ ਦੀ ਲੰਘ ਗਈ ਜੀ। ਤੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸੱਜੇ ਹੱਥ ਨਾਲ, ਛੋਟੇ ਸੀ, ਉਹ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਨਾ ਖੁੱਲ੍ਹਾ। ਖੱਬੇ ਹੱਥੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਨਾ ਖੁੱਲ੍ਹਾ। ਆਪਣੇ ਪੈਰਾਂ ਦੇ ਜ਼ੋਰ ਨਾਲ ਉਹਨਾਂ ਆਪਣਾ ਸਿਰ ਲਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਮਾਤਾ ਭਾਨੀ ਜੀ ਪਿੱਛੇ ਦੌੜੇ ਆਏ ਵੀ ਡਿਸਟਰਬ ਨਾ ਕਰਦੇ ਹੁਣ। ਗੁਰੂ ਅਮਰਦਾਸ ਜੀ ਬੈਠੇ ਸੀ, ਮੁਸਕਰਾਏ, ਦੇਖ ਕੇ ਕਹਿੰਦੇ ਭਾਨੀਏ ਜਿਹੜਾ ਬੱਚਾ ਆਪਣੇ ਸਿਰ ਦੇ ਨਾਲ ਗੁਰੂ ਘਰ ਦਾ ਦਰਵਾਜ਼ਾ ਖੋਲ੍ਹ ਸਕਦਾ ਹੈ, ਇਹ ਸਮਾਂ ਆਉਣ ਤੇ ਗੁਰੂ ਘਰ ਲਈ ਸਿਰ ਦੇ ਵੀ ਸਕਦਾ ਹੈ। ਔਰ ਬੱਚੇ ਦੇ ਬਚਪਨ ਤੋਂ ਹੀ ਵੇਖੋ, ਕੋਈ ਵੀ ਚੀਜ਼ ਵਰਤਮਾਨ ਸਮੇਂ ਤੋਂ ਹੀ ਉਹਦਾ ਭਵਿੱਖ ਜਾਣ ਲਿਆ ਜਾਂਦਾ ਹੈ। ਵਰਤਮਾਨ ਸਮੇਂ ਨੂੰ ਜਾਣਨ ਲਈ ਹੱਥ ਵਿਖਾਉਣ ਦੀ ਲੋੜ ਨਹੀਂ, ਰਾਸ਼ੀਆਂ ਪੜ੍ਹਨ ਦੀ ਲੋੜ ਨਹੀਂ। ਤੁਹਾਡਾ ਵਰਤਮਾਨ ਸਮਾਂ ਜਿਹੜਾ ਹੈ ਉਹ ਤੁਹਾਡੇ ਭਵਿੱਖ ਨੂੰ ਨਿਰਧਾਰਿਤ ਕਰ ਦੇਗਾ। ਜੇ ਵਰਤਮਾਨ ਸਮੇਂ ਵਿੱਚ ਤੁਸੀਂ ਰੱਬ ਨੂੰ ਯਾਦ ਕਰ ਰਹੇ ਹੋ, ਸੰਗਤ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਸਿਮਰਨ ਕਰ ਰਹੇ ਹੋ, ਤੇ ਇਹਦਾ ਮਤਲਬ ਇਹਦੇ ਭਵਿੱਖ ਵਿੱਚ ਫਲ ਤੁਹਾਨੂੰ ਚੰਗੇ ਮਿਲਣਗੇ। ਜੇ ਵਰਤਮਾਨ ਸਮਾਂ ਤੁਹਾਡਾ ਟੀਵੀ ਅੱਗੇ, ਫੋਨ ਅੱਗੇ, ਵਕਾਰਾਂ ਵਿੱਚ ਖਰਾਬ ਹੋ ਰਿਹਾ ਹੈ, ਤੇ ਭਵਿੱਖ ਵਿੱਚ ਇਹਦੇ ਫਲ ਵੀ ਖਾਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ।
ਉਸ ਵੇਲੇ ਜਦੋਂ ਰੱਬ ਦਾ ਨਾਮ ਲੈਂਦਿਆਂ ਗੋਦੀ ਵਿੱਚ ਆ ਕੇ ਬੈਠ ਜਾਣਾ ਗੁਰੂ ਅਰਜਨ ਸਾਹਿਬ ਨੇ, ਨਾਨਾ ਜੀ ਦੀ ਮਾਤਾ ਦੇ ਦੁੱਧ ਦੇਣ ਤੱਕ ਵੀ ਉਹ ਚੁੰਘਣ ਤੱਕ ਵੀ ਉਹ ਰੱਬ ਨੂੰ ਯਾਦ ਕਰਿਆ ਕਰਦੇ ਸੀ। ਅੱਜ ਵੀ ਘਰਾਂ ਦਾ ਮਾਹੌਲ ਬਣ ਸਕਦਾ ਹੈ, ਜਦੋਂ ਮਾਂ ਦੁੱਧ ਚੁੰਘਾਉਂਦੀ ਉਹਦੇ ਕੋਲ ਇੱਕ ਫ੍ਰੀ ਟਾਈਮ ਹੁੰਦਾ। ਮੇਰਾ ਖਿਆਲ ਉਹ ਫ੍ਰੀ ਟਾਈਮ ਰੱਬ ਨੇ ਤਾਂ ਹੀ ਦਿੱਤਾ ਵੀ ਬਹਿ ਕੇ ਰੱਬ ਨੂੰ ਵੀ ਯਾਦ ਕਰ ਜੀ। ਉਦੋਂ ਰੱਬ ਨੂੰ ਯਾਦ ਕਰਨਾ ਵੀ ਅਹਿਮ ਰੋਲ ਅਦਾ ਕਰਦਾ ਹੈ। ਜਦੋਂ ਬੱਚੇ ਨੂੰ ਖੁਰਾਕ ਪਾਣੀ ਦਿੱਤਾ ਜਾ ਰਿਹਾ ਉਦੋਂ ਸਾਡੀ ਸੁਰਤ ਕਿੱਥੇ ਹੁੰਦੀ ਗੱਲਾਂ ਨੋਟ ਕਰਨ ਵਾਲੀਆਂ। ਜਦੋਂ ਪਕਵਾਨ ਬੱਚੇ ਲਈ ਤਿਆਰ ਕੀਤਾ ਜਾਂਦਾ ਹੈ ਉਦੋਂ ਸੁਰਤ ਕਿੱਥੇ ਹੈ। ਜਦੋਂ ਉਹਨੂੰ ਛਕਾਇਆ ਜਾਂਦਾ ਹੈ ਉਦੋਂ ਸਾਡੀ ਸੁਰਤ ਕਿੱਥੇ ਹੈ। ਇਹ ਗੱਲਾਂ ਜੇ ਅਸੀਂ ਫੜ ਲਈਆਂ ਤੇ ਇਹ ਸਾਡਾ ਭਵਿੱਖ ਉਜਲਾ ਹੀ ਹੋਏਗਾ। ਸਿੰਘ ਸਾਹਿਬ, ਇਹ ਜਦੋਂ ਬੱਚਾ ਫੀਡ ਲੈਂਦਾ ਇੱਕ ਮਾਂ ਦੇ ਕੋਲੋਂ, ਜਾਂ ਉਹ ਪਕਵਾਨ ਮਾਂ ਆਪਣੇ ਹੱਥਾਂ ਨਾਲ ਬੱਚੇ ਨੂੰ ਦਿੰਦੀ ਹੈ ਜਾਂ ਬਣਾਉਂਦੀ ਹੈ, ਤੇ ਇੱਥੇ ਤੁਸੀਂ ਗੱਲ ਕੀਤੀ ਹੈ ਸਿਮਰਨ ਦੀ, ਕਿ ਸਿਮਰਨ ਜ਼ਰੂਰੀ ਹੈ। ਇਹ ਸਿਮਰਨ ਨਾਲ ਜੇ ਪਕਵਾਇਆ ਜਿਹੜਾ ਪਕਵਾਨ ਬਣਾਇਆ ਜਾਂਦਾ ਹੈ ਜਾਂ ਬਾਣੀ ਜਿਹਦੀ ਪੜ੍ਹੀ ਜਾਂਦੀ ਆ, ਗੁਰਮੰਤਰ ਮੂਲ ਮੰਤਰ ਜਦੋਂ ਬੱਚਾ ਦੁੱਧ ਲੈਂਦਾ ਤਾਂ ਇਹਦੇ ਨਾਲ ਕੀ ਜਿਹੜੇ ਪ੍ਰਵਿਰਤੀ ਦੇ ਵਿੱਚ ਬਦਲਾਅ ਕਿਸ ਤਰ੍ਹਾਂ ਆਉਂਦੇ? ਵੇਖੋ, ਆਪਾਂ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਾਂ। ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਉਹਦੇ ਵਿੱਚ ਕੱਲੀ ਪਤਾਸਿਆਂ ਦੀ ਮਹਾਨਤਾ ਨਹੀਂ, ਮਹਾਨਤਾ ਹੈ ਜਿਹੜੀਆਂ 5 ਬਾਣੀਆਂ ਉਸ ਪਾਣੀ ਵਿੱਚ ਨਿਗਾਹ ਟਿਕਾ ਕੇ ਪੜ੍ਹੀਆਂ ਜਾਂਦੀਆਂ, ਉਹਨੂੰ ਅੰਮ੍ਰਿਤ ਬਣਾਉਂਦੀਆਂ ਜੀ। ਉਹ ਅੰਮ੍ਰਿਤ ਤਾਂ ਬਣਦਾ ਕਿਉਂਕਿ ਉਹਦੇ ਵਿੱਚ ਉਹ ਨਜ਼ਰ ਦੇ ਰਾਹੀਂ ਉਹ ਤਾਕਤਾਂ ਗਈਆਂ ਜਿਹੜੀਆਂ ਬਾਣੀ ਦੇ ਵਿੱਚ ਹੈ। ਇਸੇ ਤਰੀਕੇ ਜਿਹੜਾ ਘਰੇਲੂ ਖੁਰਾਕ ਪਾਣੀ ਆਪਾਂ ਬਣਾਉਨੇ ਆ, ਜਦੋਂ ਅਸੀਂ ਉਹਦੇ ਕੋਲ ਖੜ ਕੇ ਇਹ ਬਾਣੀ ਪੜ੍ਹਦੇ ਆ, ਰੱਬ ਦਾ ਸਿਮਰਨ ਕਰਦੇ ਆ, ਸੁਭਾਵਿਕ ਹੀ ਉਹ ਅੰਮ੍ਰਿਤ ਤੋਂ ਘੱਟ ਨਹੀਂ ਰਹਿੰਦੀਆਂ ਜੀ। ਅਸਰ ਤੇ ਇਹਦਾ ਪੈਂਦਾ ਜੀ। ਇਸ ਕਰਕੇ ਜਦੋਂ ਅਸੀਂ ਜਿਹੋ ਜਿਹਾ ਸਾਡਾ ਮਾਈਂਡ ਹੋ ਜਾਂਦਾ ਹੈ, ਜਿੱਦਾਂ ਦੀ ਸਾਡੀ ਵਿਚਾਰਧਾਰਾ ਹੈ, ਜਿੱਦਾਂ ਦਾ ਸਾਡਾ ਲੈਵਲ ਹੈ, ਉੱਦਾਂ ਦਾ ਸਾਡਾ ਔਰਾ ਬਣ ਜਾਂਦਾ ਹੈ ਜੀ। ਸੋ ਇਸ ਤਰੀਕੇ ਨਾਲ ਬੱਚੇ ਦੀ ਸੂਰਤ ਸੀਰਤ, ਉਹਦਾ ਜੀਵਨ ਘੜਨ ਵਾਸਤੇ ਉਹੋ ਜਿਹਾ ਮਾਹੌਲ ਉਹਨੂੰ ਦੇਣਾ ਪੈਂਦਾ। ਉਹਦੇ ਵਿੱਚ ਅਹਿਮ ਰੋਲ ਜਿਹੜਾ ਸਾਡਾ ਹੁੰਦਾ ਹੈ ਵੀ ਅਸੀਂ ਉਹਦੇ ਸਾਹਮਣੇ ਕਰਦੇ ਕੀ ਹੈ, ਖਾਣ ਲੱਗੇ ਕਿਹਨੂੰ ਯਾਦ ਕਰਦੇ ਹੈ, ਪਕਾਉਣ ਲੱਗੇ ਕਿਹਨੂੰ ਯਾਦ ਕਰਦੇ ਹੈ, ਕਿਉਂਕਿ ਬੱਚਾ ਨਕਲ ਕਰਦਾ। ਵੇਖੋ, ਸਮਾਜ ਵਿੱਚ ਅਸੀਂ ਗੱਲਬਾਤ ਕਿਹੜੇ ਪੱਧਰ ਤੇ ਕਰਦੇ ਹਾਂ, ਬੱਚਾ ਇਹ ਨੋਟ ਕਰਦਾ। ਜੇ ਤੇ ਅਸੀਂ ਉਹਨੂੰ ਦੱਸੀ ਜਾਂਦੇ ਹਾਂ ਵੀ ਤੇਰੀ ਚਾਚੀ ਨਹੀਂ ਚੰਗੀ, ਤੇਰੀ ਤਾਈ ਨਹੀਂ ਚੰਗੀ, ਤੇਰੀਆਂ ਭੂਆ ਨਹੀਂ ਚੰਗੀਆਂ, ਇਹ ਸਾਰੀਆਂ ਗੱਲਾਂ ਉਹਨੂੰ ਨੈਗੇਟਿਵ ਪਾਸੇ ਵੱਲ ਨੂੰ ਧੱਕੇ ਲੈ ਜਾਂਦੀਆਂ। ਜੇ ਅਸੀਂ ਉਹਦੇ ਕੋਲ ਬੈਠ ਕੇ ਇਹ ਗੱਲਾਂ ਕਰਾਂਗੇ ਵੀ ਜਿਹੜੀ ਚੀਜ਼ ਸਾਡੇ ਕੋਲ ਹੈ ਇਹਦੇ ਲਈ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ, ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਉਹਦੇ ਕਾਬਲ ਨਹੀਂ ਬਣ ਸਕੇ ਤੇ ਕਾਬਲ ਬਣਨ ਲਈ ਸਾਨੂੰ ਭਗਤੀ ਕਰਨੀ ਪਏਗੀ। ਇਹ ਗੱਲਾਂ ਜਿਹੜੀਆਂ ਜਦੋਂ ਬੱਚੇ ਦੇ ਮਨ ਤੇ ਅਸਰ ਕਰਨਗੀਆਂ, ਆਪਾਂ ਆਮ ਹੀ ਭਗਤ ਧਰੂ ਦੀ ਪੜ੍ਹਦੇ ਹਾਂ ਜੀ, ਤੇ ਉਹ ਆਪਣੇ ਬਾਪ ਕੋਲ ਹੱਸਦਾ ਹੱਸਦਾ ਆਇਆ, ਬਾਪ ਨੇ ਉਹਨੂੰ ਕੁੱਛੜ ਵਿੱਚ ਚੁੱਕਿਆ, ਪਿਆਰ ਕੀਤਾ, ਤੇ ਉਹਦੀ ਮਤਰੇਈ ਮਾਂ ਉਹਨੂੰ ਬਾਂਹ ਤੋਂ ਫੜ ਕੇ ਉਹਦੇ ਬਾਪ ਦੀ ਗੋਦੀ ਵਿੱਚੋਂ ਉਹਨੂੰ ਬਾਹਰ ਸੁੱਟ ਦਿੰਦੀ ਹੈ। ਉਹ ਰੋਂਦਾ ਰੋਂਦਾ ਮਾਂ ਕੋਲ ਜਾਂਦਾ ਹੈ, ਮਾਂ ਜੇ ਉਹ ਰਾਣੀ ਹੈ ਤੇ ਤੂੰ ਕੌਣ ਹੈ, ਤੇ ਤੂੰ ਜਿਹੜਾ ਹੈ ਮੈਨੂੰ ਜਨਮ ਦਿੱਤਾ ਹੈ, ਤੇ ਮੈਂ ਆਪਣੇ ਬਾਪ ਕੋਲ ਗਿਆ ਤੇ ਮੈਨੂੰ ਬਾਪ ਨੇ ਕੁੱਛੜ ਚੁੱਕ ਲਿਆ, ਪਰ ਉਹਨੇ ਮੈਨੂੰ ਕੁੱਛੜ ਤੋਂ ਉਤਾਰ ਦਿੱਤਾ, ਮੈਨੂੰ ਬਾਹਰ ਕੱਢ ਦਿੱਤਾ ਜੀ, ਤੇਰੇ ਵਿੱਚ ਕੀ ਕਮੀ ਰਹਿ ਗਈ? ਤੇ ਮਾਂ ਨੇ ਇਹ ਨਹੀਂ ਕਿਹਾ ਵੀ ਮਤਰੇਈ ਦਾ ਬੇੜਾ ਬੈਠ ਗਏ ਜਾਂ ਤੇਰੇ ਬਾਪ ਦਾ ਬੇੜਾ ਬੈਠ ਗਏ। ਉਹ ਕਹਿੰਦੀ ਮੈਂ ਹੈਗੀ ਤੇ ਰਾਣੀ ਹੈ ਜੀ, ਬਹਿਣ ਦਾ ਅਧਿਕਾਰ ਤੇ ਮੇਰਾ ਉੱਥੇ ਹੈ, ਪਰ ਮੈਂ ਰੱਬ ਦੀ ਭਗਤੀ ਤੋਂ ਸਖਣੀ ਹੋਣ ਕਰਕੇ ਉਸ ਜਗ੍ਹਾ ਦੀ ਪ੍ਰਾਪਤੀ ਨਹੀਂ ਕਰ ਸਕੀ। ਉਹ ਕਹਿੰਦਾ ਮਾਂ ਫਿਰ ਰੱਬ ਦੀ ਭਗਤੀ ਮੈਂ ਕਰਾਂਗਾ, ਇਹ ਘਾਟ ਮੈਂ ਪੂਰੀ ਕਰਾਂਗਾ। ਇੱਕ ਵਧੀਆ ਵੇ ਦੇ ਦਿੱਤਾ ਬੱਚੇ ਨੂੰ। ਬਾਬਾ ਫਰੀਦ ਜੀ ਆ, ਆਪਾਂ ਪੜ੍ਹਦੇ ਆ, ਉਹਨਾਂ ਨੂੰ ਕਿਹਾ ਵੀ ਰੱਬ ਮਿੱਠੇ ਪਦਾਰਥ ਦਿੰਦਾ ਜੀ। ਹੁਣ ਮਿੱਠੇ ਪਦਾਰਥ ਕਈ ਵਾਰੀ ਕਹਿੰਦੇ ਆਪਾਂ ਰੱਖਣਾ ਭੁੱਲ ਗਏ, ਹੋ ਸਕਦਾ ਮਾਂ ਨੇ ਨਾ ਜਾਣ ਬੁੱਝ ਕੇ ਰੱਖਿਆ ਹੋਵੇ ਵੀ ਹੁਣ ਇਹਨੂੰ ਵੇਖੀਏ ਵੀ ਇਹਨੂੰ ਰਸ ਕੋਈ ਉੱਪਰੋਂ ਵੀ ਆਉਂਦਾ ਹੈ ਕਿ ਨਹੀਂ ਜੀ। ਉਹ ਜਦੋਂ ਫਿਰ ਮਸਾਲਾ ਚੁੱਕਦੇ ਨਹੀਂ ਕੁਛ ਉੱਥੋਂ ਪ੍ਰਾਪਤ ਹੁੰਦਾ ਤੇ ਉਹ ਧਿਆਨ ਵੀ ਨਹੀਂ ਦਿੰਦੇ ਜੀ। ਤੇ ਉਹ ਮਾਤਾ ਕਹਿੰਦੀ ਵੀ ਪੁੱਤਰਾ ਮਾਫ ਕਰੀ, ਉੱਥੇ ਜਿਹੜਾ ਸੀ ਉਹ ਪਕਵਾਨ ਪਦਾਰਥ ਰੱਖਣਾ ਮੈਂ ਭੁੱਲ ਗਈ। ਕਹਿਣ ਲੱਗਾ ਮਾਂ ਇਹ ਦੁਨਿਆਵੀ ਪਦਾਰਥਾਂ ਦਾ ਸਵਾਦ ਚਖਾ ਛੱਡਿਆ, ਅੱਜ ਅਸਲੀ ਸਵਾਦ ਤੇ ਹੁਣ ਚੱਖਿਆ। ਜਿਹੜਾ ਸਵਾਦ ਰੱਬ ਦੇ ਨਾਮ ਵਿੱਚ ਹੈ, ਸ਼ੱਕਰ ਖੰਡ ਨਵਾਤ ਗੁੜ, ਗੁਰਬਾਣੀ 'ਚ ਲਿਖਿਆ ਉਹਨਾਂ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ, ਕਿਉਂਕਿ ਉਹ ਸਾਰੀਆਂ ਚੀਜ਼ਾਂ ਉਹਨਾਂ ਰੈਗੂਲਰ ਖਾਧੀਆਂ ਤੇ ਰੱਬ ਦਾ ਨਾਮ ਉਹਨਾਂ ਚੱਖ ਕੇ ਵੇਖਿਆ। ਉਹ ਕਹਿੰਦੇ ਪਰ ਨਹੀਂ, ਇਹ ਸਾਰੀਆਂ ਚੀਜ਼ਾਂ ਤੇਰੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ। ਹੁਣ ਆਪਾਂ ਆਪਣੇ ਵਿਸ਼ੇ ਵੱਲ ਆਈਏ। ਉਹਨਾਂ ਨੇ ਬਚਪਨ ਵਿੱਚ ਹੀ ਉਹਨਾਂ ਨੂੰ ਇੱਦਾਂ ਦਾ ਮਾਹੌਲ ਦਿੱਤਾ ਕਿ ਉਹ ਜਿੰਨਾ ਚਿਰ ਸਰੀਰਕ ਤੌਰ ਤੇ ਗੁਰੂ ਅਮਰਦਾਸ ਜੀ ਰਹੇ
ਗੁਰੂ ਅਰਜਨ ਸਾਹਿਬ ਉਹਨਾਂ ਦੀ ਛਾਤੀ ਨਾਲ ਲਾ ਕੇ ਰਹਿ ਗੁਰਮੁਖੀ ਹੋਰ ਸਿੱਖਿਆ ਉਹਨਾਂ ਕੋਲੋਂ ਉਹਨਾਂ ਨੇ ਮੁੱਢਲੀ ਪ੍ਰਾਪਤ ਕੀਤੀ ਜੀ। ਇੱਥੇ ਬਸ ਨਹੀਂ, ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਂਦੇ ਆ, ਲਗਭਗ ਦੁਬਾਰਾ ਉਹ 1574 ਵਿੱਚ ਗੁਰੂ ਅਮਰਦਾਸ ਜੀ ਜੋਤੀ ਉਹ ਸਮਾਉਂਦੇ ਆ ਜੀ। 1574 ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲਦੀ, ਅੰਮ੍ਰਿਤਸਰ ਆ ਜਾਂਦੇ। 1574 ਤੋਂ ਲੈ ਕੇ 1581 ਤੱਕ, ਪਹਿਲਾਂ 1563 ਤੋਂ ਲੈ ਕੇ 1574 ਤੱਕ ਲਗਭਗ 8-9 ਸਾਲ ਉਹ ਆਪਣੇ ਨਾਨਾ ਜੀ ਦੀ ਛਤਰ ਛਾਇਆ ਹੇਠ ਰਹੇ। 1574 ਤੋਂ ਲੈ ਕੇ 1581 ਤੱਕ ਫਿਰ ਉਹ 7-8 ਸਾਲ ਜਿਹੜਾ ਹੈ ਉਹ ਆਪਣੇ ਪਿਤਾ ਦੀ ਛਤਰ ਛਾਇਆ ਹੇਠ ਉਹਨਾਂ ਨੇ ਗੁਰਮਤਿ ਦੇ ਫਲਸਫੇ ਤੋਂ ਗਿਆਨ ਪ੍ਰਾਪਤ ਕੀਤਾ ਜੀ। ਇੱਥੇ ਬਸ ਨਹੀਂ, 1581 ਵਿੱਚ ਗੁਰਿਆਈ ਮਿਲਣ ਤੋਂ ਬਾਅਦ ਉਹਨਾਂ ਨੇ ਬੜੀ ਤੇਜ਼ੀ ਨਾਲ ਧਰਮ ਦਾ ਪ੍ਰਚਾਰ ਪ੍ਰਸਾਰ ਤੇ ਵਿਕਾਸ ਕੀਤਾ, ਕਿਉਂਕਿ ਜਿਹੜੇ ਸਰੋਵਰਾਂ ਦੀ ਨੀਂਹ ਗੁਰੂ ਰਾਮਦਾਸ ਜੀ ਨੇ ਰੱਖੀ ਸੀ ਉਹਨਾਂ ਦਾ ਨਿਰਮਾਣ ਕੀਤਾ ਜੀ। ਉਹਨਾਂ ਜਿੱਥੇ ਸਰੋਵਰ ਤਿਆਰ ਕੀਤੇ ਉੱਥੇ ਉਹਨਾਂ ਨੇ ਲੰਗਰ ਦਾ ਪ੍ਰਬੰਧ ਬੜਾ ਵਧੀਆ ਢੰਗ ਨਾਲ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਜੀ। ਉਹਨਾਂ ਕਿਹਾ ਵੀ ਇਹ ਵਰਨ ਵੰਡ ਹੋਣਾ ਚਾਹੀਦੀ ਹੈ, ਜਿੰਨਾ ਚਿਰ ਇਕੱਠੇ ਨਹਾਉਂਦੇ ਨਹੀਂ ਤੇ ਇਕੱਠੇ ਖਾਂਦੇ ਨਹੀਂ। ਗੁਰੂ ਅਰਜਨ ਸਾਹਿਬ ਜੀ ਨੇ ਇਕੱਠੇ ਨਹਾਉਣ ਵਾਸਤੇ ਸਰੋਵਰਾਂ ਦਾ ਨਿਰਮਾਣ ਕੀਤਾ ਤੇ ਇਕੱਠੇ ਛਕਣ ਵਾਸਤੇ ਜਿਹੜਾ ਸੀ ਉਹ ਅੰਮ੍ਰਿਤਸਰ ਦੀ ਧਰਤੀ ਤੇ ਲੰਗਰ ਦਾ ਵਧੀਆ ਢੰਗ ਨਾਲ ਨਿਰਮਾਣ ਕੀਤਾ। ਫਿਰ ਇੱਥੇ ਬਸ ਨਹੀਂ, ਜਿਹੜੀ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਕਾਇਮ ਕੀਤੀ ਉਹਦੇ ਵਿੱਚ ਵੀ ਤੇਜ਼ੀ ਗੁਰੂ ਅਰਜਨ ਸਾਹਿਬ ਜੀ ਨੇ ਲਿਆਂਦੀ। ਜਿਹੜੀ ਅੰਮ੍ਰਿਤਸਰ ਦੇ ਨਗਰ ਦੀ ਨੀਂਹ ਗੁਰੂ ਰਾਮਦਾਸ ਜੀ ਨੇ ਰੱਖੀ ਸੀ ਉਹਦੇ ਵਿੱਚ ਵਿਕਾਸ ਤੇਜ਼ੀ ਨਾਲ ਗੁਰੂ ਅਰਜਨ ਸਾਹਿਬ ਨੇ ਕਰਵਾਇਆ ਜੀ। ਫਿਰ ਇੱਥੇ ਬਸ ਨਹੀਂ, ਕੋਈ ਇੱਕ ਨਗਰ ਵਸਾਉਣਾ ਹੋਵੇ ਨਾ, ਇੱਕ ਪਿੰਡ ਇੱਕ ਕਸਬਾ ਵਸਾਉਣਾ ਹੋਵੇ ਤੇ ਸਰਕਾਰ ਨੂੰ ਕਈ ਮੀਟਿੰਗਾਂ ਕਰਨੀਆਂ ਪੈਂਦੀਆਂ, ਕਈ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ, ਫਿਰ ਜਾ ਕੇ ਉਹ ਜਗ੍ਹਾ ਅਲਾਟ ਹੁੰਦੀ, ਫਿਰ ਉਹਦੇ ਤੇ ਵਸੋਂ ਹੁੰਦੀ, ਫਿਰ ਉਹ ਪਤਾ ਨਹੀਂ ਵਸਣਾ ਲੋਕਾਂ ਨੇ ਕਿ ਨਹੀਂ ਵਸਣਾ, ਕੋਈ ਕਾਰੋਬਾਰ ਉਹਨਾਂ ਨੂੰ ਲੱਭਣਾ ਕਿ ਨਹੀਂ ਲੱਭਣਾ। ਪਰ ਇੱਧਰ ਇੱਕ ਨਵੇਕਲੇ ਢੰਗ ਨਾਲ ਉਹਨਾਂ ਨੇ ਇੱਕ ਕਸਬੇ ਦਾ ਨਹੀਂ, ਵੱਡੇ ਵੱਡੇ ਸ਼ਹਿਰਾਂ ਦਾ ਨਿਰਮਾਣ ਕਰਵਾਇਆ। ਜਿੱਥੇ ਅੰਮ੍ਰਿਤਸਰ ਦਾ ਨਿਰਮਾਣ ਹੋਇਆ ਉੱਥੇ ਉਹਨਾਂ ਗੁਰੂ ਕੀ ਵਡਾਲੀ ਦਾ ਨਿਰਮਾਣ ਕਰਵਾਇਆ ਜੀ। ਉੱਥੇ ਉਹਨਾਂ ਨੇ, ਜਿੱਥੇ ਅੱਜ ਛਾਟਾ ਸਾਹਿਬ ਆਪਾਂ ਕਹਿ ਦਿੰਦੇ ਹਾਂ, ਇੱਥੇ ਬਸ ਨਹੀਂ, ਉਹਨਾਂ ਨੇ ਤਰਨਤਾਰਨ ਸਾਹਿਬ ਜਿਹੜਾ ਸੀ ਉਹਦਾ ਨਿਰਮਾਣ ਕਰਵਾਇਆ, ਉੱਥੇ ਬਹੁਤ ਵੱਡਾ ਸਰੋਵਰ ਬਣਾਇਆ ਜੀ। ਫਿਰ ਉਹਨਾਂ ਨੇ ਕੋੜਖਾਨਾ ਤਿਆਰ ਕੀਤਾ, ਕਿਉਂਕਿ ਲਗਭਗ ਜਦੋਂ ਆਪਾਂ ਡੇਟਾ ਨੂੰ ਲੱਭਾਂਗੇ 1588 ਤੱਕ ਉਹਨਾਂ ਨੇ ਅੰਮ੍ਰਿਤਸਰ ਦਾ ਮੁਕੰਮਲ ਨਿਰਮਾਣ ਕਰਕੇ 1590 ਦੇ ਵਿੱਚ ਜਾ ਕੇ ਉਹਨਾਂ ਨੇ ਤਰਨਤਾਰਨ ਸਾਹਿਬ ਦਾ ਨਿਰਮਾਣ ਕਰ ਦਿੱਤਾ। 1590 ਤੋਂ 92 ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦਾ ਨਿਰਮਾਣ ਤੇ ਕੋੜਖਾਨਾ ਜਿਹੜਾ ਸੀ ਉਹ ਅੱਜ ਵੀ ਤਰਨਤਾਰਨ ਦੀ ਧਰਤੀ ਤੇ ਹੈਗਾ ਉਹਦਾ ਨਿਰਮਾਣ ਕੀਤਾ। ਸਿੰਘ ਸਾਹਿਬ 1563 ਤੋਂ ਲੈ ਕੇ 1606 ਈਸਵੀ ਦਾ ਥੋੜਾ ਜਿਹਾ ਸਮਾਂ ਸੀ, ਇਸ ਸਮੇਂ ਦੇ ਵਿੱਚ ਮਹਾਨ ਕਾਰਜ ਕੀਤੇ ਨੇ ਤੇ ਮਹਾਨ ਕਾਰਜਾਂ ਦੇ ਵਿੱਚੋਂ ਗੁਰਬਾਣੀ ਵਾਲਾ ਕਾਰਜ ਜਿਹੜਾ ਬਹੁਤ ਮਹਾਨ ਸੀ ਗੁਰੂ ਗ੍ਰੰਥ ਸਾਹਿਬ ਦੀ, ਕਿਉਂਕਿ 16ਵੀਂ ਸਦੀ ਦਾ ਗੋਲਡਨ ਯੁੱਗ ਤਾਂ ਕਿਹਾ ਜਾਂਦਾ, ਸੁਨਹਿਰੀ ਯੁੱਗ, ਕਿਉਂਕਿ ਸਾਹਿਤ ਦੀ ਰਚਨਾ ਜਿਸ ਹਿਸਾਬ ਦੇ ਨਾਲ ਹੋਈ ਤੇ ਇਸ ਸਾਹਿਤ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਅਕਾਲ ਪੁਰਖ ਕੀ ਬਾਣੀ, ਤੁਰਕੀ ਬਾਣੀ ਜਿਹੜੀ ਉਹਦੀ ਰਚਨਾ ਹੋਈ ਹੈ। ਤੇ ਇੱਕ ਸਵਾਲ ਤੁਹਾਡੇ ਕੋਲੋਂ ਇਹ ਲੈਣਾ ਚਾਹਾਂਗੇ ਕਿ ਗੁਰਬਾਣੀ ਦੇ ਮੁਤਾਬਿਕ ਸਾਨੂੰ ਇਹ ਵੀ ਸਮਝਾਉਣਾ ਕਰੋ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ, ਹਾਲਾਤ ਜਿਹੋ ਜਿਹੇ ਮਰਜ਼ੀ ਹੋਣ। ਪਰ ਇੱਕ ਪਾਸੇ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਤਾਂ ਉਹ ਜੇਕਰ ਮਹਾਰਾਜ ਦੇ ਉੱਪਰ ਕੋਈ ਚੜ੍ਹ ਕੇ ਆਉਂਦਾ ਸੂਲੀ ਵਰਗਾ ਤਾਂ ਵੀ ਸ਼ੁਕਰਾਨਾ ਕਰਦੇ ਨੇ, ਤੱਤੀ ਤਵੀ ਦੇ ਉੱਪਰ ਬੈਠਣਾ ਪੈਂਦਾ ਤਾਂ ਵੀ ਸ਼ੁਕਰਾਨਾ ਕਰਦੇ ਨੇ, ਹਾਲਾਤ ਜਿਹੋ ਜਿਹੇ ਮਰਜ਼ੀ ਹੋਣ, ਪਰਿਸਥਿਤੀਆਂ ਜਿਹੋ ਜਿਹੀਆਂ ਮਰਜ਼ੀਆਂ ਹੋਣ, ਸ਼ੁਕਰਾਨਾ ਕਰਦੇ ਨੇ। ਇਹ ਸਾਡੇ ਵਿੱਚੋਂ ਗੁਣ ਮਨਫੀ ਹੁੰਦਾ ਜਾ ਰਿਹਾ, ਅਸੀਂ ਸ਼ਿਕਵਾ ਕਰਦੇ ਨੇ। ਅਸਲ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਗੁਰਿਆਈ ਤੇ ਬੈਠਦੇ ਆ ਨਾ 1585 ਦੇ ਲਾਸਟ ਵਿੱਚ ਤੇ 86 ਦੇ ਪਹਿਲੇ ਹੀ ਮਹੀਨੇ ਕਹਿ ਲਓ ਜੀ, ਇਹ ਆਪਣਾ ਬੀਰਬਲ ਜਿਹੜਾ ਸੀ, ਬੀਰਬਲ ਜਿਹੜਾ ਜੋਧਾ ਬਾਈ ਦੇ ਦਾਜ ਵਿੱਚ ਹਿੰਦੂ ਰਾਜਪੂਤਾਂ ਵੱਲੋਂ ਦਿੱਤਾ ਗਿਆ ਸੀ ਅਕਬਰ ਨੂੰ। ਅਕਬਰ ਸਿਆਣਾ ਰਾਜਾ ਸੀ, ਗੁਰੂ ਘਰ ਨਾਲ ਉਹਦੇ ਸੰਬੰਧ ਸਖਾਵੇਂ ਸੀ, ਪਰ ਬੀਰਬਲ ਉਹਨੂੰ ਕਾਫੀ ਸਮੇਂ ਤੋਂ ਭੜਕਾਉਂਦਾ ਆ ਰਿਹਾ ਸੀ ਅਕਬਰ ਨੂੰ ਗੁਰੂ ਘਰ ਦੇ ਵਿਰੁੱਧ, ਪਰ ਕੋਈ ਮੌਕਾ ਬਣ ਨਾ ਸਕਿਆ। ਹੁਣ ਅਫਗਾਨਿਸਤਾਨ ਦੀ ਬਗਾਵਤ ਹੋਈ ਤੇ ਬਗਾਵਤ ਨੂੰ ਦੱਬਣ ਵਾਸਤੇ ਅਕਬਰ ਨੇ ਬੀਰਬਲ ਨੂੰ ਫੌਜਾਂ ਦੇ ਕੇ ਭੇਜਿਆ। ਬੀਰਬਲ ਨੂੰ ਇੱਕ ਪਰਵਾਨਾ ਦਿੱਤਾ ਗਿਆ ਜਿਹੜਾ ਖਰਚ ਫੌਜਾਂ ਤੇ ਆਉਣਾ ਸੀ ਉਹਦਾ ਜੀ। ਬੀਰਬਲ ਨੇ ਸੋਚਿਆ ਹੋਵੇ ਨਾ ਤੇ ਗੁਰੂ ਅਰਜਨ ਸਾਹਿਬ ਕੋਲੋਂ ਵੀ ਇਹ ਪਰਵਾਨਾ ਗਰਾਉਣ ਦਾ ਮੌਕਾ ਹੈ। ਉਹਨੇ ਕਿਹਾ ਵੀ ਇੱਕ ਪਰਵਾਨਾ ਮੈਨੂੰ ਹੋਰ ਦਿਓ। ਅਕਬਰ ਕਹਿੰਦਾ ਉਹ ਕਾਹਦਾ?
ਕਹਿੰਦਾ ਜਿੰਨੇ ਵੀ ਖੱਤਰੀ ਨੇ ਜੀ ਜਾਂ ਜਿੰਨੇ ਵੀ ਸਿਰ ਕੱਢ ਲੋਕ ਨੇ ਉਹਨਾਂ ਕੋਲੋਂ ਮੈਂ ਜਿਹੜਾ ਉਹ ਮਾਮਲਾ ਇਕੱਤਰ ਕਰਕੇ ਤੇ ਫੌਜਾਂ ਤੇ ਲਾ ਸਕਾਂ ਤਾਂ ਕਿ ਸਾਡੇ ਖਜ਼ਾਨੇ ਤੇ ਬਹੁਤਾ ਭਾਰ ਨਾ ਪਵੇ। ਅੰਦਰ ਮਨਸੂਬਾ ਉਹਦਾ ਹੋਰ ਸੀ ਜੀ ਵੀ ਕਿਸੇ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਜਿਹੜਾ ਉਹ ਰਾਹ ਵਿੱਚੋਂ ਪਾਸੇ ਕੀਤਾ ਜਾਏ, ਕਿਉਂਕਿ ਉਸ ਸਮੇਂ ਸ਼ੇਖ ਅਹਿਮਦ ਸਰਹੰਦੀ ਇਹ ਵੀ ਜਿਹੜਾ ਸੀ ਉਸ ਵੇਲੇ ਅਨਮਤ ਦਾ ਕਹਿ ਲਓ ਕਬਰਾਂ ਦਾ ਪ੍ਰਚਾਰ ਕਰਦਾ ਸੀ, ਇਸਲਾਮ ਦਾ ਕੱਟੜਵਾਦ ਦਾ ਪ੍ਰਚਾਰ ਕਰਦਾ ਸੀ ਜੀ ਤੇ ਕਾਫੀ ਮਨੁੱਖ ਇਹਦੀ ਛਤਰਛਾਇਆ ਹੇਠ ਜਿਹੜੇ ਸੀ ਉਹ ਇਸਲਾਮ ਵਿੱਚ ਜਿਹੜੇ ਸੀ ਉਹ ਆ ਚੁੱਕੇ ਸੀ ਤੇ ਬਹੁਤ ਇਹਦੀ ਚਰਚਾ ਸੀ। ਪਰ ਗੁਰੂ ਅਰਜਨ ਸਾਹਿਬ ਨੇ ਭਾਈ ਮੰਝ ਵਰਗੇ ਜਿਹੜੇ ਸਖੀ ਸਰਵਰ ਦੇ ਪ੍ਰਚਾਰਕ ਸੀ ਉਹਨਾਂ ਨੂੰ ਸਿੱਖੀ ਚੋਟੀ ਦੇ ਪ੍ਰਚਾਰਕ ਉਹਨਾਂ ਨੂੰ ਸਿੱਖੀ ਧਾਰਨ ਕਰਵਾ ਕੇ ਸਿੱਖੀ ਦੇ ਪ੍ਰਚਾਰ ਵਿੱਚ ਤੋਰ ਦਿੱਤਾ। ਇੱਕ ਕਰਾਮਾਤ ਨਾਲੋਂ ਘੱਟ ਨਹੀਂ ਸੀ ਜੀ। ਜਿਹੜਾ ਮਨੁੱਖ ਆਪਣੇ ਮੂੰਹੋਂ ਕਿਸੇ ਵੇਲੇ ਕਬਰਾਂ ਦੀ ਸਖੀ ਸਰਵਰ ਦੀ ਸਿਫਤ ਕਰਦਾ ਸੀ ਉਹ ਉਹਨਾਂ ਨੂੰ ਜਿਹੜਾ ਸੀ ਉਹ ਖੰਡਨ ਕਰਨ ਲੱਗ ਪਿਆ ਔਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਰੱਬ ਦੀ ਵਡਿਆਈ ਕਰਨੀ ਉਹਨੇ ਸ਼ੁਰੂ ਕਰ ਦਿੱਤੀ। ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਸੀ ਉਸ ਵੇਲੇ ਸ਼ੇਖ ਅਹਿਮਦ ਸਰਹੱਦੀ ਨੂੰ ਇਲਾਕੇ ਵਿੱਚੋਂ ਮਿਲਦੀਆਂ ਸੀ, ਕਿਉਂਕਿ ਜਦੋਂ ਸੰਗਤਾਂ ਵਿੱਚ ਆਪਣੀਆਂ 'ਚ ਵਿਚਰਦਾ ਸੀ ਉੱਥੇ ਵੀ ਗੁਰੂ ਅਰਜਨ ਸਾਹਿਬ ਦਾ ਬੋਲਬਾਲਾ ਜਦੋਂ ਆਪਣੇ ਮਰੀਦਾਂ ਵਿੱਚ ਸੁਣਦਾ ਸੀ ਉਹਨੂੰ ਆਪਣੀ ਕੁਰਸੀ ਡੋਲਦੀ ਨਜ਼ਰ ਆਉਂਦੀ ਸੀ। ਉਧਰੋਂ ਪ੍ਰਿਥੀ ਚੰਦ ਦਾ ਵਿਰੋਧ ਹੋ ਰਿਹਾ ਸੀ। ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵਿਰੋਧ ਕਰਦਾ ਸੀ ਵੀ ਗੁਰਿਆਈ ਮੇਰੀ ਬਣਦੀ ਸੀ, ਮੈਨੂੰ ਮਿਲਣੀ ਚਾਹੀਦੀ ਸੀ। ਇੱਧਰੋਂ ਸ਼ੇਖ ਅਹਿਮਦ ਸਰਹੱਦੀ ਜਿਹੜਾ ਸੀ ਉਹ ਜਿਵੇਂ ਅੱਜ ਵੀ ਮਾਫ ਕਰਨਾ ਕੋਈ ਚੰਗਾ ਪ੍ਰਚਾਰਕ ਹੋਵੇ, ਕੋਈ ਸਿਰ ਕੱਢ ਗੱਲ ਕਰਨ ਵਾਲਾ, ਤੇ ਜਿਹੜੇ ਕੋਈ ਹੋਰ ਪ੍ਰਚਾਰਕ ਨੇ ਉਹ ਉਹਦਾ ਵਿਰੋਧ ਕਰਦੇ ਨੇ ਭਾਵੇਂ ਇੱਕ ਕੌਮ ਦੇ ਕਿਉਂ ਨਾ ਹੋਣ। ਪਤਾ ਨਹੀਂ ਇਹ ਸਾਨੂੰ ਕਿਉਂ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ। ਪਰ ਉਸ ਵੇਲੇ ਉਹਨੇ ਸੋਚਿਆ ਵੀ ਹੋਵੇ ਨਾ ਤੇ ਸਰਕਾਰੀ ਦਰਬਾਰੇ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਇਹਦੀ ਸਰਕਾਰੀ ਦਰਬਾਰੇ ਚੰਗੀ ਪਹੁੰਚ ਸੀ। ਇਹਦੀ ਸੋਚ ਇਹ ਸੀ ਵੀ ਜੇ ਸਰਕਾਰ ਨਾ ਤੁਹਾਡੀ ਚੰਗੀ ਬਣੀ ਹੈ ਤੇ ਪ੍ਰਚਾਰ ਵਧੀਆ ਢੰਗ ਨਾਲ ਹੋਏਗਾ ਜੀ। ਇਹਦਾ ਸਿੱਧਾ ਸੰਬੰਧ ਜਿਹੜਾ ਸੀ ਉਸ ਵੇਲੇ ਜਹਾਂਗੀਰ ਦੇ ਨਾਲ ਜੁੜਦਾ ਸੀ। ਜਹਾਂਗੀਰ ਨੂੰ ਜਿਹੜਾ ਗੱਦੀ ਦੇਣ ਵੇਲੇ ਇਹਨੇ ਪੂਰਾ ਸਹਿਯੋਗ ਕੀਤਾ ਸ਼ੇਖ ਅਹਿਮਦ ਸਰਹੱਦੀ ਨੇ। ਇਹਨੇ ਸ਼ਰਤ ਵੀ ਰੱਖੀ ਸੀ ਵੀ ਜਦੋਂ ਤੈਨੂੰ ਇਹ ਗੱਦੀ ਮਿਲ ਗਈ ਤੇ ਤੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਿੱਚ ਮੇਰਾ ਯੋਗਦਾਨ ਦੇਵੇਗਾ। ਤੇ ਕਾਰਨ ਉਹ ਲੱਭਦੇ ਫਿਰਦੇ ਸੀ ਜੀ, ਕਿਉਂਕਿ ਕਾਰਨ ਜਹਾਂਗੀਰ ਨੂੰ ਇਸ ਗੱਲੋਂ ਵੀ ਡਰ ਲੱਗਦਾ ਸੀ ਵੀ ਜਿਹੜਾ ਛੋਟੀ ਉਮਰ ਦੇ ਵਿੱਚ ਐਡੇ ਐਡੇ ਨਗਰਾਂ ਦਾ ਨਿਰਮਾਣ ਕਰ ਸਕਦਾ ਹੈ, ਸਰੋਵਰ ਬਣਾ ਸਕਦਾ ਹੈ, ਬੌਲੀਆਂ ਦਾ ਨਿਰਮਾਣ ਕਰ ਸਕਦਾ ਹੈ, ਖੂਹ ਲਵਾ ਸਕਦਾ ਹੈ, ਲਾਹੌਰ ਦੇ ਵਿੱਚ ਜਿਹੜੀ ਪਲੇਗ ਦੀ ਬਿਮਾਰੀ ਫੈਲੀ ਸੀ ਉਹਨੂੰ ਠੱਲ ਪਾ ਸਕਦਾ ਹੈ, ਤੇ ਇਹ ਇਕੱਲਾ ਬੰਦਾ ਹੀ ਜਿਹੜਾ ਹੈ ਇਹ ਸਰਕਾਰ ਨਾਲੋਂ ਘੱਟ ਨਹੀਂ ਜੀ। ਤੇ ਇਸ ਕਰਕੇ ਹੋਵੇ ਨਾ ਤੇ ਕਿਸੇ ਨਾ ਕਿਸੇ ਤਰੀਕੇ ਇਹਨੂੰ ਆਪਣੇ ਨਾਲ ਜੋੜਿਆ ਜਾਵੇ ਜਾਂ ਆਪਣੇ ਅਧੀਨ ਕੀਤਾ ਜਾਏ। ਉਸ ਵੇਲੇ ਜਦੋਂ ਬੀਰਬਲ ਇੱਥੇ ਪਹੁੰਚਦਾ ਹੈ ਨਾ ਨੂਰਦੀ ਦੀ ਸਰਾਂ, ਜਿੱਥੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਸਥਾਨ ਬਣਿਆ, ਕਵੀ ਸੰਤੋਖ ਸਿੰਘ ਦਾ ਜਨਮ ਹੀ ਇੱਥੇ ਹੋਇਆ ਜੀ। ਉੱਥੋਂ ਇਹ ਏਲਚੀ ਭੇਜਦਾ ਵੀ ਗੁਰੂ ਅਰਜਨ ਸਾਹਿਬ ਨੂੰ ਕਹੋ ਕਿ ਮਾਮਲਾ ਦਿਓ, ਟੈਕਸ ਦਿਓ। ਤੇ ਉਹ ਜਦੋਂ ਪਰਵਾਨਾ ਦਿੰਦਾ ਹੈ ਏਲਚੀ ਤੇ ਗੁਰੂ ਅਰਜਨ ਸਾਹਿਬ ਜੀ ਪੜ੍ਹ ਕੇ ਕਹਿੰਦੇ ਵੀ ਪਹਿਲੀ ਗੱਲ ਤੇ ਅਸੀਂ ਖੱਤਰੀ ਨਹੀਂ, ਇੱਥੇ ਸਾਰੇ ਜਿਹੜੇ ਆ ਬਾਬੇ ਨਾਨਕ ਦੇ ਸਿੱਖ ਹੈ ਜੀ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਦੂਸਰੇ ਨੰਬਰ ਤੇ ਇਹ ਹੈ ਵੀ ਇਹ ਜਿਹੜਾ ਧਾਰਮਿਕ ਪੈਸਾ ਹੈ ਜਾਂ ਕਹਿ ਲਓ ਧਾਰਮਿਕ ਦਸਵੰਧ ਹੈ, ਇਹ ਗੁਰੂ ਘਰ ਦੀਆਂ ਇਮਾਰਤਾਂ ਦੇ, ਗੁਰੂ ਘਰ ਦੇ ਲੰਗਰ ਵਾਸਤੇ ਜਾਂ ਸਮਾਜ ਦੇ ਸੁਧਾਰ ਵਾਸਤੇ, ਸਿੱਖਿਆ ਵਾਸਤੇ ਖਰਚਿਆ ਜਾ ਸਕਦਾ ਹੈ। ਪਰ ਜੰਗਾਂ ਯੁੱਧਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਨਿੱਜੀ ਮਫਾਦਾਂ ਵਾਸਤੇ ਇਸ ਦਸਵੰਧ ਨੂੰ ਨਹੀਂ ਵਰਤਿਆ ਜਾ ਸਕਦਾ। ਇਸ ਕਰਕੇ ਉਹਨਾਂ ਮਨਾ ਕਰ ਦਿੱਤਾ ਜੀ। ਉਹ ਏਲਚੀ ਵਾਪਸ ਜਦੋਂ ਉਹਨੂੰ ਪਹੁੰਚਾ ਉਦੋਂ ਨੂੰ ਬੀਰਬਲ ਸਰਾਏ ਮਾਨਤ ਖਾਂ ਪਹੁੰਚ ਗਿਆ। ਉਹ ਜਦੋਂ ਏਲਚੀ ਨੇ ਜਾ ਕੇ ਸਰਾਏ ਮਾਨਤ ਖਾਂ ਦੱਸਿਆ ਵੀ ਗੁਰੂ ਅਰਜਨ ਸਾਹਿਬ ਨੇ ਟੈਕਸ ਤੋਂ ਮਨਾ ਕਰ ਦਿੱਤਾ, ਤੇ ਉਹ ਕਹਿੰਦਾ ਵੀ ਆਉਂਦੇ ਵਕਤ ਫਿਰ ਗੁਰੂ ਅਰਜਨ ਸਾਹਿਬ ਤੇ ਹਮਲਾ ਕੀਤਾ ਜਾਏਗਾ, ਇਹਦਾ ਸੁਨੇਹਾ ਗੁਰੂ ਅਰਜਨ ਸਾਹਿਬ ਨੂੰ ਦੇ ਦਿਓ। ਉਹ ਏਲਚੀ ਸੁਨੇਹਾ ਲੈ ਕੇ ਜਾਂਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਜੋ ਪ੍ਰਮਾਤਮਾ ਨੂੰ ਮੌਜੂਦ ਹੈ ਅਸੀਂ ਉਹ ਝੱਲਣ ਨੂੰ ਤਿਆਰ ਹੈ। ਉਹਨਾਂ ਉਦੋਂ ਵੀ ਭਾਣਾ ਮੰਨਣ ਦੀ ਗੱਲ ਕੀਤੀ ਜੀ, ਪਰ ਉਹ ਰੱਬ ਨੂੰ ਜੋ ਮਨਜ਼ੂਰ ਸੀ ਆਖਰਕਾਰ ਅਫਗਾਨਿਸਤਾਨ ਦੀ ਫਰੰਟ ਦੀ ਲੜਾਈ ਵਿੱਚ ਪਹਿਲੇ ਹਮਲੇ ਵਿੱਚ ਹੀ ਬੀਰਬਲ ਮਾਰਿਆ ਗਿਆ ਜੀ। ਗੁਰੂ ਅਰਜਨ ਸਾਹਿਬ ਤੇ ਹਮਲਾ ਕਰਨ ਦਾ ਉਹਨੂੰ ਜਿਹੜਾ ਸੀ ਮੌਕਾ ਨਾ ਮਿਲਿਆ। ਸੁਲੀ ਖਾਂ ਚੜ੍ਹ ਕੇ ਆਇਆ, ਉਹ ਵੀ ਮਾਰਿਆ ਗਿਆ ਜੀ। ਇਸ ਤਰੀਕੇ ਨਾਲ ਪ੍ਰਿਥੀ ਚੰਦ ਵੱਲੋਂ ਨਾਲ ਵਿਰੋਧ ਕਰਕੇ ਗੁਰੂ ਘਰ ਦਾ ਲੰਗਰ ਮਸਤਾਨਾ ਕਰ ਦਿੱਤਾ ਗਿਆ। ਗੁਰੂ ਅਰਜਨ ਸਾਹਿਬ ਨੇ ਕਿਸੇ ਵੇਲੇ ਭਾਈ ਗੁਰਦਾਸ ਨੂੰ ਕਿਹਾ ਵੀ ਛੋਲੇ ਵਰਤਾ ਦਿਓ।
ਇਹਦੇ ਨਾਲ ਪ੍ਰਿਥੀ ਚੰਦ ਦਾ ਪੁੱਤਰ ਜਿਹੜਾ ਸੀ ਗੁਰੂ ਅਰਜਨ ਸਾਹਿਬ ਦੇ ਕੋਲੋਂ ਹੀ ਉਹਨੇ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨੇ ਇੱਕ ਗ੍ਰੰਥ ਲਿਖ ਮਾਰਿਆ ਜਿਹੜਾ ਹੇਰ ਪਿੰਡ ਵਿੱਚ 40 ਮਣ ਸ਼ਾਹੀ ਲਾ ਕੇ ਲਿਖਿਆ ਮਿਹਰਬਾਨ ਵੱਲੋਂ। ਉਸ ਗ੍ਰੰਥ ਵਿੱਚ ਬਹੁਤ ਸਾਰੀਆਂ ਤੁਕਾਂ ਜਿਹੜੀਆਂ ਸੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਈਆਂ ਗਈਆਂ ਤੇ ਕੁਝ ਆਪਣੇ ਕੋਲ, ਜਿੱਦਾਂ ਆਪਾਂ ਪੜ੍ਹਦੇ ਆਂ, ਅਕ ਧਤੂਰਾ ਸ਼ਰਾਪਾਨ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਜੀ। ਹੋਰ ਜਿਹੜੇ ਕਈ ਸ਼ਬਦ ਨੇ ਵੀ ਸਿੰਘ ਸਾਹਿਬ ਜਿਹੜੇ ਆਪਾਂ ਕਾਰਡ ਛਪਾਉਂਦੇ ਨੇ, ਕਾਰਡ ਦੇ ਉੱਪਰ ਜਿਹੜੀ ਬਾਣੀ ਲਿਖੀ ਜਾਂਦੀ ਆ ਉਹ ਵੀ ਕੀ ਉਹ ਗੁਰੂ ਗ੍ਰੰਥ ਸਾਹਿਬ? ਹਾਂ, ਉਹ ਲਿਖਿਆ ਜਾਂਦਾ ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਜ ਆਪ ਸਵਾਰੇ, ਉਸ ਦੀ ਵਡਿਆਈ। ਇਹ ਵੀ ਮਿਹਰਬਾਨ ਦੇ ਗ੍ਰੰਥ ਦੀ ਮੰਨੀ ਜਾਂਦੀ ਲਿਖਤ। ਅੱਜ ਵੀ ਸਾਡੇ ਧਾਰਨਾ ਗਾਉਣ ਵਾਲੇ ਕਈ ਵਾਰ ਮਿਹਰਬਾਨ ਦੀ ਬਾਣੀ ਗਾ ਜਾਂਦੇ ਐ। ਉਹਨਾਂ ਨੂੰ ਸੋਚਣ ਦੀ ਲੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਵੀ ਸਿੱਖ ਕਿਸੇ ਹੋਰ ਅਨਮਤ ਦੀ ਬਾਣੀ ਨਾ ਪੜ੍ਹੇ, ਤਾਂ ਕਿ ਕੱਚੀ ਬਾਣੀ ਨਾ ਪੜ੍ਹੇ। ਉਹਨਾਂ ਵਿੱਚ ਲਿਖ ਦਿੱਤਾ ਸਤਿਗੁਰ ਬਾਝੋਂ ਹੋਰ ਕੱਚੀ ਹੈ ਬਾਣੀ, ਵੀ ਸਤਿਗੁਰੂ ਤੋਂ ਬਿਨਾਂ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਉਹ ਕੱਚੀ ਹੈ, ਤੇ ਜਿਹੜੇ ਉਹਨੂੰ ਪੜ੍ਹਦੇ ਸੁਣਦੇ ਉਹ ਵੀ ਕੱਚੇ ਹੀ ਰਹਿ ਜਾਂਦੇ। ਉਹਨਾਂ ਨੇ ਜਿੱਥੇ ਗੁਰੂ ਕੀ ਉਡਾਲੀ ਤਰਨ ਤਾਰਨ, ਉੱਥੇ ਉਹਨਾਂ ਇੱਕ ਜਲੰਧਰ ਦੇ ਵਿੱਚ ਵੀ ਸ਼ਹਿਰ ਵਸਾਇਆ ਜਿਹਦਾ ਕਰਤਾਰਪੁਰ ਨਾਮ ਰੱਖਿਆ ਗਿਆ ਜੀ। ਉੱਥੇ ਫਰਨੀਚਰ ਦਾ ਜਿਹੜਾ ਵਧੀਆ ਕਾਰੋਬਾਰ ਹੁੰਦਾ ਹੈ ਜੀ। ਇੱਕ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਲਗਭਗ 1595 ਵਿੱਚ ਹਰਗੋਬਿੰਦਪੁਰ ਨਗਰ ਵਸਾਇਆ। ਇਹ ਸਾਰੀਆਂ ਜਿਹੜੀਆਂ ਅਪਡੇਟਾਂ ਸੀ ਇਹਨਾਂ ਨੇ 1601 ਦੇ ਵਿੱਚ ਰਾਮਸਰ ਸਰੋਵਰ ਦੇ ਕੰਢੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਆਰੰਭਿਆ ਜੀ। 1604 ਤੱਕ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਸਾਰਿਆਂ ਭਗਤਾਂ ਨੂੰ, ਸਾਰੀਆਂ ਜਾਤਾਂ ਨੂੰ, ਸਾਰਿਆਂ ਮਜ਼ਹਬਾਂ ਨੂੰ ਇੱਕ ਜਗ੍ਹਾ ਇਕੱਤਰ ਕਰ ਦਿੱਤਾ ਕਿ ਜਿਹੜੇ ਰੱਬ ਨੂੰ ਜਪਣ ਵਾਲੇ ਉਹ ਕਦੇ ਵੱਖ ਹੋ ਹੀ ਨਹੀਂ ਸਕਦੇ। ਕਿਸੇ ਜਾਤ ਵਿੱਚ, ਪਾਤ ਵਿੱਚ, ਵਰਗ ਵਿੱਚ ਇੰਨਾ ਜ਼ੋਰ ਨਹੀਂ ਹੈਗਾ ਕਿ ਰੱਬ ਦੇ ਨਾਮ ਵਾਲਿਆਂ ਨੂੰ ਵੱਖ ਕਰ ਸਕੇ। ਅੱਜ ਤੱਕ ਵੀ ਕੋਈ ਬੰਦਾ ਕੋਸ਼ਿਸ਼ਾਂ ਕਰੀ ਜਾਣ। ਅੱਜ ਵੀ ਕੋਈ ਮਨੁੱਖ ਭਾਵੇਂ ਬੇਸ਼ੱਕ ਰਵਿਦਾਸ ਪੰਥੀਏ ਵੱਖਰੇ ਹੋ ਗਏ, ਕਬੀਰ ਪੰਥੀਏ ਵੱਖਰੇ ਹੋ ਗਏ, ਵੱਖਰੀਆਂ ਇਮਾਰਤਾਂ ਬਣ ਗਈਆਂ, ਪਰ ਅੱਜ ਵੀ ਉਹ ਬਾਬੇ ਨਾਨਕ ਦੇ ਸੀਨੇ ਨਾਲੋਂ ਭਗਤ ਰਵਿਦਾਸ ਨੂੰ ਵੱਖ ਨਹੀਂ ਕਰ ਸਕਦੇ ਜੀ। ਨਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਕੀਤਾ ਜਾ ਸਕਦਾ। ਉਹਨਾਂ ਨੂੰ ਬਿਠਾਇਆ ਹੀ ਗੁਰੂ ਅਰਜਨ ਸਾਹਿਬ ਨੇ ਇਸ ਤਰੀਕੇ ਨਾਲ ਹੈ, ਸੀਰੀਅਲ ਵਾਈਜ਼, ਔਰ ਜਿੰਨਾ ਸਤਿਕਾਰ ਉਹਨਾਂ ਨੇ ਭਗਤਾਂ ਨੂੰ ਦਿੱਤਾ ਜੀ, ਉਹਨਾਂ ਨੇ ਆਪਣੇ ਆਪ ਨੂੰ ਤੇ ਆਪਣੇ ਗੁਰੂ ਸਾਹਿਬਾਨਾਂ ਨੂੰ ਵੀ ਮਾਫ ਕਰਨਾ। ਉਹਨਾਂ ਨੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਹੀ ਲਿਖਿਆ ਹੈ ਜੀ। ਪਰ ਜਿੱਥੇ ਭਗਤ ਰਵਿਦਾਸ ਦੀ ਬਾਣੀ ਆਉਂਦੀ, ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਨਾਮਦੇਵ ਜੀਓ ਕੀ। ਔਰ ਉਹਨਾਂ ਭਗਤਾਂ ਨੇ ਖੁਦ ਆਪਣੀ ਬਾਣੀ ਵਿੱਚ ਮੰਨਿਆ ਵੀ ਹਾਂ ਹੀ ਹੈਗੇ ਸ਼ੀਂਬੇ, ਅਸੀਂ ਹੈਗੇ ਰਵਿਦਾਸ ਲੋਕਾਂ ਦੀਆਂ ਟੁੱਟੀਆਂ ਜੁੱਤੀਆਂ ਗੰਢਣ ਵਾਲੇ, ਪਰ ਸਾਡੀ ਸੁਰਤ ਜਿੱਥੇ ਗੰਢੀ ਹੈ ਉੱਥੇ ਕੋਈ ਗੰਢ ਕੇ ਵਿਖਾਵੇ ਤੇ ਫਿਰ ਅਸੀਂ ਉਹਨੂੰ ਮੰਨੀਏ। ਤੇ ਗੁਰਬਾਣੀ ਨੇ ਕਿਹਾ ਖਸਮ ਵਿਸਾਰੇ ਤੇ ਕਮਜਾਤ, ਜਿਹੜਾ ਰੱਬ ਨੂੰ ਵਿਸਾਰ ਦਿੰਦਾ ਅਸਲ ਵਿੱਚ ਕਮ ਜਾਤੀ, ਮਾੜੀ ਜਾਤੀ ਤੇ ਉਹ ਹੈ। ਤੇ ਨਾਨਕ ਨਾਮ ਹੈ ਬਾਜ ਸਨਾਤ, ਜਿਹੜਾ ਰੱਬ ਦਾ ਨਾਮ ਨਹੀਂ ਲੈਂਦਾ, ਨੀਵੇਂ ਕੰਮ ਕਰਦਾ, ਨੀਵੀਂ ਸੋਚ ਰੱਖਦਾ, ਨੀਵੀਂ ਜਾਤੀ ਵਾਲਾ ਉਹ ਮਨੁੱਖ ਹੈ ਜੀ। ਇਸ ਕਰਕੇ ਉਹਨਾਂ ਨੇ ਉੱਥੋਂ ਜਿਹੜਾ ਸੀ ਪਹਿਲਾ ਹੁਕਮਨਾਮਾ ਹਰਿਮੰਦਰ ਸਾਹਿਬ ਦੀ ਇਮਾਰਤ ਵਿੱਚ ਬਾਬਾ ਬੁੱਢਾ ਜੀ ਕੋਲੋਂ ਜਿਹੜਾ ਸੀ ਉਹ ਲਿਆ। ਉਸ ਤੋਂ ਬਾਅਦ ਜਦੋਂ ਇਹ ਸਾਰੀ ਅਪਡੇਟ ਜਹਾਂਗੀਰ ਕੋਲ ਗਈ ਨਾ, ਬੇਸ਼ੱਕ ਕਹਿੰਦੇ ਬਾਦਸ਼ਾਹ ਤੂੰ ਹੈ, ਪਰ ਜਿੰਨੇ ਕਾਰਜ ਗੁਰੂ ਅਰਜਨ ਸਾਹਿਬ ਕਰ ਰਹੇ ਹੈ ਤੇਰੇ ਮੰਤਰੀ ਉਹ ਕਾਰਜ ਨਹੀਂ ਕਰ ਪਾਏ। ਜਿੰਨਾ ਸਤਿਕਾਰ ਤੇ ਪਿਆਰ ਲੋਕਾਂ ਵਿੱਚ ਗੁਰੂ ਅਰਜਨ ਸਾਹਿਬ ਦਾ ਵਾ, ਤੇਰਾ ਬਾਦਸ਼ਾਹ ਹੁੰਦਿਆਂ ਉਹਨਾਂ ਸਤਿਕਾਰ ਨਹੀਂ ਹੈਗਾ। ਤੇ ਇਸ ਕਰਕੇ ਇਹ ਆਉਣ ਵਾਲਾ ਸਮਾਂ ਗੁਰੂ ਅਰਜਨ ਸਾਹਿਬ ਦਾ ਹੋਏਗਾ ਜੀ। ਤੇ ਸ਼ੇਖ ਅਹਿਮਦ ਸਰਹੱਦੀ ਨੂੰ ਤੇ ਇਹਨਾਂ ਨੂੰ ਸਾਰਿਆਂ ਨੂੰ ਉਸ ਵੇਲੇ ਮੌਕਾ ਮਿਲਿਆ ਜਦੋਂ ਖੁਸਰੋ ਨੇ ਬਗਾਵਤ ਕੀਤੀ। ਲਗਭਗ 1606 ਦੀ ਇਹ ਘਟਨਾ ਹੈ ਜੀ। ਉਸ ਵੇਲੇ ਖੁਸਰੋ ਜਿਹੜਾ ਸੀ ਉਹ ਭੱਜ ਕੇ ਇੱਧਰ ਨੂੰ ਆਇਆ ਤੇ ਸਰੋਤਾਂ ਮੁਤਾਬਕ ਕਹਿੰਦੇ ਆ ਵੀ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਉਹਨੂੰ ਲੰਗਰ ਪਾਣੀ ਛਕਾਇਆ, ਭਾਵੇਂ ਥੋੜਾ ਸਮਾਂ ਉਹ ਠਹਿਰਿਆ ਅੱਗੇ ਚਲਿਆ ਗਿਆ ਜੀ। ਤੇ ਇਸ ਗੱਲ ਦੀ ਭਿਣਕ ਜਦੋਂ ਸ਼ੇਖ ਅਹਿਮਦ ਸਰਹੱਦੀ ਨੂੰ ਪ੍ਰਿਥੀ ਚੰਦ ਹੋਣਾ ਨੂੰ ਲੱਗੀ, ਉਹਨਾਂ ਨੇ ਇੱਕ ਚਿੱਠੀ ਲਿਖੀ। ਉਸ ਚਿੱਠੀ ਵਿੱਚ ਲਿਖਿਆ ਵੀ ਗੁਰੂ ਅਰਜਨ ਸਾਹਿਬ ਜਿਹੜਾ ਹੈ, ਜਿਹੜੇ ਤੇਰੇ ਲੋਕ ਵਿਰੋਧੀ ਹੈ, ਉਹਨਾਂ ਨੂੰ ਆਪਣੇ ਕੋਲ ਰਹਿਣ ਵਾਸਤੇ ਪਨਾਹ ਦਿੰਦਾ ਹੈ, ਪ੍ਰਸ਼ਾਦਾ ਦਿੰਦਾ ਹੈ, ਉਹਨਾਂ ਵਾਸਤੇ ਅਰਦਾਸ ਕਰਦਾ ਹੈ।
ਉਹ ਜਦੋਂ ਸਾਰਾ ਕੁਝ ਲਿਖਿਆ ਤੇ ਜਹਾਂਗੀਰ ਨੇ ਜਿਨ੍ਹਾਂ ਨੇ ਖੁਸਰੋ ਦੀ ਸਪੋਰਟ ਕੀਤੀ ਉਹਨਾਂ ਨੂੰ ਸਜ਼ਾ ਦੇਣ ਦੀ ਜਿਹੜੀ ਸੀ ਉਹ ਸੋਚੀ, ਕਿਉਂਕਿ ਉਹ ਚਾਹੁੰਦੇ ਨਹੀਂ, ਉਹ ਉਹਨਾਂ ਨੂੰ ਆਪਣਾ ਡਰ ਹੁੰਦਾ ਕੁਰਸੀ ਖਿਸਕ ਨਾ ਜਾਏ। ਉਹਨਾਂ ਨੇ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਜਿਹੜੇ ਸੀ ਉਹਨੇ ਜਹਾਂਗੀਰ ਨੇ ਦੇ ਦਿੱਤੇ, ਭਾਵੇਂ ਉਹ ਇੱਥੇ ਮੌਜੂਦ ਨਹੀਂ ਸੀ ਜੀ। ਉਸ ਵੇਲੇ ਕਹਿੰਦੇ ਉਹ ਹਸਨ ਅਬਦਾਲ ਬੈਠਾ ਸੀ। ਇਹ ਸਾਰਾ ਕੰਮ ਸ਼ੇਖ ਅਹਿਮਦ ਸਰਹੱਦੀ ਵਰਗਿਆਂ ਨੇ ਤੇ ਇਹ ਜਿਹੜਾ ਦੀਵਾਨ ਸੀ ਚੰਦੂ ਕਲਾਨੌਰ ਦਾ ਉਹਨਾਂ ਨੂੰ ਸੌਂਪਿਆ ਗਿਆ। ਉਸ ਦੀਵਾਨ ਸੀ ਇਹ ਮਹਾਰਾਜ ਦੇ ਜਿਹੜੇ ਸਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਦੇ ਰਿਸ਼ਤੇ ਦੇ ਕਰਕੇ ਜਿਹੜੀ ਹੋਈ ਸੀ ਗੱਲ। ਹਾਂ, ਉਹ ਇਤਿਹਾਸ ਵਿੱਚ ਮੰਨਿਆ ਜਾਂਦਾ, ਪਰ ਇੱਕ ਇਹ ਕੋਈ ਮੇਨ ਪੁਆਇੰਟ ਨਹੀਂ, ਇੱਕ ਛੋਟਾ ਪੁਆਇੰਟ ਹੈ। ਵੱਡੇ ਪੁਆਇੰਟ ਇਹ ਸੀ ਵੀ ਜਿਹੜੇ ਨਗਰ ਵਸਾਉਣੇ, ਜਦੋਂ ਕੋਈ ਬਿਮਾਰੀ ਫੈਲਣੀ ਉਹਦੇ ਵਿਰੁੱਧ ਦਸਵੰਧ ਖਰਚਣਾ, ਗੁਰੂ ਅਰਜਨ ਸਾਹਿਬ ਦੀ ਵੱਧ ਰਹੀ ਪ੍ਰਤਿਭਾ, ਗੁਰੂ ਗ੍ਰੰਥ ਸਾਹਿਬ ਦਾ ਨਿਰਮਾਣ ਕਰਨਾ ਵੱਡੀ ਗੱਲ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਨਿਰਮਾਣ ਹੋ ਰਿਹਾ ਸੀ ਉਸ ਵੇਲੇ ਪੀਲੂ, ਕਾਨਾ, ਸਾਹ ਸ਼ੈਨ ਵਰਗੇ, ਛੱਜੂ ਵਰਗੇ ਜਿਹੜੇ ਸੀ ਉਹ ਗੁਰੂ ਅਰਜਨ ਸਾਹਿਬ ਕੋਲ ਆਏ ਵੀ ਸਾਡੀ ਵੀ ਜਿਹੜੀ ਲਿਖਤ ਵਿੱਚ ਦਰਜ ਕਰੋ। ਤੇ ਗੁਰੂ ਅਰਜਨ ਸਾਹਿਬ ਜੀ ਨੇ ਪੜਿਆ, ਉਹਨਾਂ ਰੱਖਿਆ ਪਾਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ, ਪਸ਼ੂ ਢੂਰ ਗਵਾਰ ਸ਼ੂਦਰ ਨਾਰੀਏ ਪਾਂਚੋ ਤਾੜਨ ਕੇ ਅਧਿਕਾਰੀ, ਇਹੋ ਜਿਹੀਆਂ ਗੱਲਾਂ ਜਦੋਂ ਉਹਨਾਂ ਪੜ੍ਹੀਆਂ ਉਹਨਾਂ ਕਿਹਾ ਇਹਦੇ ਵਿੱਚ ਇਸਤਰੀ ਦਾ ਨਰਾਦਰ ਕੀਤਾ ਗਿਆ ਤੇ ਜਾਤ ਪਾਤ ਨੂੰ ਪ੍ਰਮੋਟ ਕੀਤਾ ਗਿਆ, ਇਹ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ, ਇਹ ਰੱਬੀ ਬਾਣੀ ਹੈ, ਇਹਦੇ ਵਿੱਚ ਦਰਜ ਨਹੀਂ ਕੀਤੀਆਂ ਜਾ ਸਕਦੀਆਂ। ਉਹ ਜਿਹੜੇ ਸੀ ਉਸ ਵੇਲੇ ਨਿਰਾਸ਼ ਹੋ ਗਏ, ਉਹਨਾਂ ਨੇ ਵੀ ਉਸ ਵੇਲੇ ਇਸ ਗੱਲ ਦਾ ਵਿਰੋਧ ਕੀਤਾ ਵੀ ਸਾਡਾ ਇਹ ਅਪਮਾਨ ਹੋਇਆ ਹੈ, ਪਰ ਉਹ ਗੁਰੂ ਅਰਜਨ ਸਾਹਿਬ ਸਥਿਰ ਰਹੇ। ਜਹਾਂਗੀਰ ਨੇ ਉਸ ਵੇਲੇ ਕਿਹਾ ਫਿਰ ਕੁਰਾਨ ਦੀਆਂ ਕੁਝ ਆਇਤਾਂ ਵਿੱਚ ਲਿਖ ਦਿਓ। ਕਹਿੰਦੇ ਵੇਖੋ ਕੁਰਾਨ ਇੱਕ ਵੱਖਰਾ ਧਰਮ ਗ੍ਰੰਥ ਹੈ, ਇਹ ਰੱਬੀ ਬਾਣੀ ਹੈ, ਇਹਦੇ ਵਿੱਚ ਸਿਰਫ ਉਹੀ ਬਾਣੀ ਦਰਜ ਕੀਤੀ ਜਾ ਸਕਦੀ ਹੈ ਜਿਹੜੀ ਵਾਕਿਆ ਹੀ ਰੱਬ ਦੇ ਕੋਲੋਂ ਆਈ ਹੋਵੇ ਜੀ। ਸੋ ਉਸ ਵੇਲੇ ਉਹਨਾਂ ਨੇ ਇਸ ਗੱਲ ਦਾ ਪ੍ਰਸਤਾਵ ਵੀ ਕਹਿ ਲਓ ਰੱਦ ਕਰ ਦਿੱਤਾ। ਜਹਾਂਗੀਰ ਨੇ ਅਗਲੀ ਪੇਸ਼ਕਸ਼ ਘੱਲੀ ਕਿ ਜਿਲਦ ਦੇ ਉੱਪਰ ਮੇਰਾ ਨਾਮ ਲਿਖ ਦਿਓ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਜਿਨ੍ਹਾਂ ਨੇ ਬਾਣੀ ਲਿਖੀ ਜਾਂ ਲਿਖਵਾਈ ਉਹਨਾਂ ਨੇ ਆਪਣੀ ਕਲਮ ਤੋਂ ਆਪਣਾ ਨਾਮ ਤੱਕ ਨਹੀਂ ਲਿਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਕਿਸੇ ਗੁਰੂ ਨੇ ਆਪਣੀ ਕਲਮ ਤੋਂ ਆਪਣਾ ਨਾਮ ਨਹੀਂ ਜੇ ਲਿਖਿਆ। ਗੁਰੂ ਨਾਨਕ ਸਾਹਿਬ ਦੀ 19 ਰਾਗਾਂ 'ਚ ਹੈ ਬਾਣੀ ਦਰਜ, ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਦਰਜ ਹੈ, ਗੁਰੂ ਅਮਰਦਾਸ ਜੀ ਦੀ 17 ਰਾਗਾਂ 'ਚ ਬਾਣੀ ਦਰਜ ਹੈ, ਗੁਰੂ ਰਾਮਦਾਸ ਜੀ ਦੀ 30 ਰਾਗਾਂ 'ਚ, ਗੁਰੂ ਅਰਜਨ ਸਾਹਿਬ ਜੀ ਦੀ 30 ਰਾਗਾਂ 'ਚ, ਪਰ ਕਿਸੇ ਗੁਰੂ ਸਾਹਿਬਾਨ ਨੇ ਆਪਣੀ ਕਲਮ ਤੋਂ ਆਪਣਾ ਨਾਮ ਤੱਕ ਨਹੀਂ ਲਿਖਿਆ। ਭੱਟਾਂ ਨੇ ਜ਼ਰੂਰ ਲਿਖਿਆ। ਕਹਿੰਦੇ ਵੀ ਜਿਨ੍ਹਾਂ ਨੇ ਬਾਣੀ ਰਚੀ ਹੈ, ਜਿਨ੍ਹਾਂ ਨੇ ਗ੍ਰੰਥ ਦੀ ਸੰਪਾਦਨਾ ਕੀਤੀ ਹੈ, ਉਤਾਰੇ ਕੀਤੇ ਹੈ, ਉਹਨਾਂ ਨੇ ਆਪਣਾ ਲੇਖਕਾਂ ਨੇ ਜਾਂ ਰਚਨ ਵਾਲਿਆਂ ਨੇ ਨਾਂ ਨਹੀਂ ਲਿਖਿਆ ਤੇ ਤੇਰਾ ਨਾਮ ਜਿਲਦ ਤੇ ਕਿਵੇਂ ਲਿਖ ਸਕਦੇ ਆ? ਨਾਲੇ ਰੱਬ ਦੇ ਨਾਮ ਤੋਂ ਉੱਪਰ ਕੋਈ ਹੋਰ ਨਾਮ ਨਹੀਂ ਜਿਹੜਾ ਉੱਤੇ ਲਿਖਿਆ ਜਾ ਸਕੇ ਜੀ। ਇਸ ਗੱਲ ਨੂੰ ਵੀ ਉਹਨਾਂ ਨੇ ਰੱਦ ਕਰ ਦਿੱਤਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਵੇਲੇ ਜਹਾਂਗੀਰ ਤੱਕ ਪਹੁੰਚ ਰਹੀਆਂ ਸਨ ਵੀ ਉਹਨਾਂ ਨੇ ਜਿਹੜਾ ਸਰੋਵਰ, ਬੌਲੀਆਂ ਤੇ ਨਗਰਾਂ ਦਾ ਨਿਰਮਾਣ ਕੀਤਾ, ਨਾਲ ਨਾਲ ਉਹਨਾਂ ਨੇ ਇੱਕ ਗ੍ਰੰਥ ਦੀ ਵੀ ਸੰਪਾਦਨਾ ਕਰ ਦਿੱਤੀ ਹੈ। ਉਸ ਗ੍ਰੰਥ ਦਾ ਪ੍ਰਕਾਸ਼ ਵੀ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ 'ਚ ਕਰ ਦਿੱਤਾ ਹੈ। ਇੱਥੋਂ ਤੱਕ ਉਹਨਾਂ ਨੇ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜੀ, ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹ ਭੜਕ ਵੀ ਗਏ ਸੀ ਇੱਕ ਵਾਰ, ਪਰ ਗੁਰੂ ਅਰਜਨ ਸਾਹਿਬ ਨੇ ਸਰੰਦੇ ਦਾ ਨਿਰਮਾਣ ਕੀਤਾ, ਇੱਕ ਸਾਜ਼ ਦਾ ਨਿਰਮਾਣ ਵੀ ਉਹਨਾਂ ਨੇ ਕੀਤਾ। ਉਹ ਆਪ ਸਰੰਦੇ ਨਾਲ ਰਸ ਭਿੰਨਾ ਕੀਰਤਨ ਕਰਿਆ ਕਰਦੇ ਸੀ। ਉਸ ਕੀਰਤਨ ਤੋਂ ਸੰਗਤਾਂ ਮੰਤਰ ਮਗਨ ਹੁੰਦੀਆਂ ਸੀ। ਅੱਜ ਵੀ ਜਿੰਨੀ ਸੰਘਣੀ ਆਬਾਦੀ ਅੰਮ੍ਰਿਤਸਰ ਦੀ ਹੈ ਔਰ ਜਿੰਨੀ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਉਨੀ ਕਿਸੇ ਹੋਰ ਸਥਾਨ ਤੇ ਨਹੀਂ ਪਹੁੰਚਦੀ। ਉਦੋਂ ਵੀ ਇਸੇ ਤਰ੍ਹਾਂ ਠਾਠਾ ਮਾਰਦਾ ਇਕੱਠ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਕਰਦਾ ਸੀ। ਉਹ ਇਸ ਗੱਲ ਦਾ ਜਿਹੜਾ ਸੀ ਉਹਨਾਂ ਨੂੰ ਫਿਕਰ ਪੈ ਗਿਆ ਵੀ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਕਿੱਥੇ ਕਿੱਥੇ 365 ਸਿੱਖ ਤੇ ਗੁਰੂ ਅਰਜਨ ਸਾਹਿਬ ਦੇ ਨਾਲ ਰਹਿੰਦੇ ਸੀ। ਭਾਈ ਗੁਰਦਾਸ ਜੀ ਖੁਦ ਰਚਨਾਵਾਂ ਕਰਨ ਵਾਲੇ ਸਨ। ਇੱਥੋਂ ਤੱਕ ਉਹਨਾਂ ਨੇ ਕੋਈ ਇਲਾਕਾ ਹਿੰਦੁਸਤਾਨ ਦਾ ਛੱਡਿਆ ਨਹੀਂ ਜਿੱਥੇ ਸਿੱਖੀ ਦਾ ਪ੍ਰਚਾਰ ਨਾ ਕੀਤਾ ਹੋਵੇ। ਸਭ ਤੋਂ ਵੱਧ ਸਿੱਖੀ ਗੁਰੂ ਅਰਜਨ ਸਾਹਿਬ ਦੇ ਵੇਲੇ ਫੈਲੀ ਹੈ। ਤੇ ਉਹਨਾਂ ਨੇ ਕਿਹਾ ਜਿੱਦਾਂ ਇਹ ਗੁਰੂ ਅਰਜਨ ਸਾਹਿਬ ਪ੍ਰਚਾਰ ਪ੍ਰਸਾਰ ਕਰ ਰਹੇ ਹੈ, ਜੇ ਇਹ ਥੋੜਾ ਸਮਾਂ ਹੋਰ ਰਹਿ ਗਏ ਤੇ ਕਿਸੇ ਧਰਮ ਦਾ ਨਾਮ ਨਿਸ਼ਾਨ ਨਹੀਂ ਰਹਿਣਾ ਤੇ ਕੋਈ ਬਾਦਸ਼ਾਹੀ ਨਹੀਂ ਰਹਿਣੀ। ਇਹ ਬਾਦਸ਼ਾਹੀ ਇਹਦੀ ਹੋਏਗੀ। ਸੋ ਇਸ ਡਰੋਂ ਉਹਨਾਂ ਨੇ ਉਸ ਵੇਲੇ ਗੁਰੂ ਅਰਜਨ ਸਾਹਿਬ ਨੂੰ ਖੁਸਰੋ ਦੀ ਜਿਹੜੀ ਸੀ ਸਪੋਰਟ ਕਰਨ ਦੇ ਅਧੀਨ ਗ੍ਰਿਫਤਾਰ ਕੀਤਾ। ਔਰ ਕੁਛ ਸਰੋਤਾਂ ਮੁਤਾਬਕ, ਭਾਟਵਈਆਂ ਮੁਤਾਬਕ ਮੰਨਿਆ ਜਾਂਦਾ ਵੀ ਰਾਵੀ ਦੇ ਕੰਢੇ ਵੀ ਉਹ ਬਿਠਾ ਕੇ ਗਰਮ ਰੇਤ ਵਿੱਚ ਤੇ ਉੱਤੇ ਗਰਮ ਰੇਤ ਪਾਉਂਦੇ ਰਹੇ। ਫਿਰ ਤੱਤੀ ਤਵੀ ਤੇ ਬਿਠਾਉਣ ਦਾ ਵੀ ਜ਼ਿਕਰ ਮਿਲਦਾ ਹੈ।
ਕਿਉਂਕਿ ਚੰਦੂ ਦੀਵਾਨ ਜਿਹੜਾ ਲਾਹੌਰ ਸੀ ਉਹ ਕਲਾਨੌਰ ਸੀ, ਉਹਦੀ ਡਿਊਟੀ ਲਾਈ ਉਹਨੇ ਗੁਰਦਿੱਤੇ ਭੜਪੂੰਜੇ ਨੂੰ ਕਹਿ ਕੇ ਉਹ ਜਿਹੜੀ ਰੇਤ ਸੀ ਗੁਰੂ ਅਰਜਨ ਸਾਹਿਬ ਦੇ ਉੱਪਰ ਪਵਾਈ। ਮਜਬੂਰਨ ਉਹਨੇ ਪਾਈ। ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਕੇ ਜਾਸ਼ਾ ਅਧੀਨ ਉਹਨਾਂ ਨੇ ਕਿਹਾ ਧਿਆਨ ਰੱਖਿਓ ਕੋਈ ਲਹੂ ਦਾ ਕਤਰਾ ਧਰਤੀ ਤੇ ਨਾ ਡੁੱਲੇ। ਉਹਨਾਂ ਨੇ ਉਹਨਾਂ ਨੂੰ ਪਹਿਲਾਂ ਉਬਾਲਿਆ, ਬਾਲਣ ਤੋਂ ਬਾਅਦ ਉਹਨਾਂ ਦਾ ਖੂਨ ਨਾ ਵਗੇ, ਉਹਨਾਂ ਛਾਲਿਆਂ ਨੂੰ ਤੱਤੀ ਤਵੀ ਤੇ ਸਾੜਿਆ ਤਾਂ ਕਿ ਖੂਨ ਨਾ ਵਗੇ, ਸੜੇ ਚੋਂ ਖੂਨ ਨਹੀਂ ਵਗਦਾ। ਫਿਰ ਉਹਨਾਂ ਨੇ ਜਿਹੜਾ ਸੀ ਉਹਨਾਂ ਦੇ ਸਰੀਰ ਨੂੰ ਰਾਵੀ ਵਿੱਚ ਜਿਹੜਾ ਸੀ ਉਹ ਜਲ ਪ੍ਰਵਾਹ ਕੀਤਾ, ਕਹਿ ਲਓ ਰੋੜਿਆ, ਕਹਿ ਲਓ ਕੋਸ਼ਿਸ਼ ਕੀਤੀ ਵੀ ਕੋਈ ਖੂਨ ਨਾ ਨਿਕਲੇ ਜੀ, ਪਰ ਉਹੀ ਹੋਇਆ। ਉਹਨਾਂ ਦਾ ਸਰੀਰ ਜਦੋਂ ਪਾਣੀ ਵਿੱਚ ਪਿਆ ਤੇ ਉਹ ਜਿਹੜੇ ਕੁਝ ਛਾਲੇ ਸੀ, ਸਰੀਰ ਦਾ ਮਾਸ ਫਟਿਆ ਤੇ ਸਾਰੀ ਰਾਵੀ ਖੂਨ ਨਾਲ ਲਾਲੋ ਲਾਲ ਹੋ ਗਈ। ਕਹਿੰਦੇ ਤੁਸੀਂ ਕਤਰਾ ਕਹਿੰਦੇ ਹੋ, ਉਹ ਖੂਨ ਦੀ ਨਦੀ ਵਗਾ ਗਿਆ ਤੇ ਉਹ ਨਦੀ ਐਸੀ ਵਗੀ ਕਿ ਅੱਜ ਤੱਕ ਖੂਨ ਦੀਆਂ ਨਦੀਆਂ ਸਿੱਖਾਂ ਨੇ ਵਗਾ ਛੱਡੀਆਂ। ਇੱਥੇ ਬਸ ਨਹੀਂ, ਉਹਨਾਂ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਕਹਿੰਦੇ ਉਹਨਾਂ ਦੇ ਮਨ ਤੇ ਅਸਰ ਹੋਇਆ ਨਾ, ਜਦੋਂ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ, ਉਹ ਰਾਵੀ ਦੇ ਕੰਢੇ ਤੇ ਗਏ, ਉਹਨਾਂ ਨੇ ਇੱਕ ਪੌੜੀ ਲਿਖੀ ਜੀ। ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਉਹ ਕਹਿੰਦਾ ਮੇਰਾ ਗੁਰੂ ਅਰਜਨ ਸਾਹਿਬ ਰਾਵੀ ਵਿੱਚ ਸਮਾ ਕੇ ਰਾਵੀ ਵਿੱਚ ਐਦਾਂ ਲੀਨ ਹੋ ਗਿਆ ਜਿਵੇਂ ਮਛਲੀ ਪਾਣੀ ਵਿੱਚ ਲੀਨ ਹੈ, ਉਹ ਇਹਦੇ ਵਿੱਚ ਹੀ ਰਹਿੰਦਾ ਹੈ। ਫਿਰ ਉਹ ਕਹਿੰਦਾ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਉਹ ਕਹਿੰਦਾ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਪਤੰਗਾ ਅੱਗ ਦੇ ਉੱਤੇ ਸੜ ਕੇ ਪਤੰਗ ਦੀ ਜਿਹੜਾ ਉਹ ਅੱਗ ਦੀ ਲਾਟ ਬਣ ਜਾਂਦਾ ਹੈ ਜੀ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਆਪਣੇ ਆਪ ਨੂੰ ਸ਼ਹੀਦ ਕਰਕੇ ਉਹ ਰੱਬੀ ਸ਼ਮਾ ਵਿੱਚ ਜਲ ਗਏ, ਰੱਬੀ ਸ਼ਮਾ ਦੀ ਉਹ ਰੌਸ਼ਨੀ ਬਣ ਗਏ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਮਿਰਗ ਜਿਹੜਾ ਹੈ ਉਹ ਨਾਦ ਤੇ ਮਸਤ ਹੋਇਆ ਕੁਰਬਾਨ ਹੋ ਜਾਂਦਾ ਹੈ, ਇਸੇ ਤਰ੍ਹਾਂ ਉਹ ਰੱਬੀ ਨਾਦ ਤੇ ਮਸਤ ਹੋ ਕੇ ਜਿਹੜਾ ਸੀ ਉਹ ਸ਼ਹੀਦ ਹੋ ਗਏ। ਉਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ। ਉਹਨਾਂ ਨੇ ਸ਼ਬਦ ਤੋਂ ਇਲਾਵਾ ਕਹਿੰਦੇ ਜਿਵੇਂ ਪਤੰਗਾ ਫੁੱਲ ਵਿੱਚ ਮਸਤ ਹੋਇਆ ਰਹਿੰਦਾ ਹੈ, ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਮਸਤ ਹੋਏ ਰਹੇ ਔਰ ਰੱਬੀ ਯਾਦ ਵਿੱਚ ਜੁੜੇ ਰਹੇ। ਉਹ ਕਹਿੰਦੇ ਨਿਚੋੜ ਕੱਢਦੇ ਹੈ, ਕਹਿੰਦੇ ਮੈਂ ਗੁਰੂ ਅਰਜਨ ਸਾਹਿਬ ਤੋਂ ਕੁਰਬਾਨ ਜਾਂਦਾ। ਗੁਰੂ ਅਰਜਨ ਸਾਹਿਬ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜੇ ਉਹ ਪਾਣੀ ਵਿੱਚ ਗਏ ਤੇ ਪਾਣੀ ਵਿੱਚ ਲੀਨ ਹੋ ਗਏ, ਜੇ ਉਹ ਅੱਗ ਤੇ ਬੈਠੇ ਤੇ ਅੱਗ ਵਿੱਚ ਲੀਨ ਹੋ ਗਏ, ਤੇ ਜੇ ਉਹ ਰੱਬੀ ਸਮਾਂ ਤੇ ਬੈਠ ਕੇ ਉਬਲੇ ਤੇ ਉਹ ਸ਼ਬਦ ਵਿੱਚ ਲੀਨ ਹੋ ਗਏ। ਆਖਰਕਾਰ ਉਹ ਲੀਨ ਹੋਏ, ਉਹ ਕਿਤੇ ਗਏ ਨਹੀਂ। ਜੀ ਜੀ ਸਿੰਘ ਸਾਹਿਬ, ਜਿਵੇਂ ਆਪ ਜੀ ਨੇ ਵਿਸਥਾਰ ਦੱਸਿਆ, ਸ਼ਹਾਦਤ ਦੇ ਜਿਹੜੇ ਕਾਰਨ ਸੀ, ਸ਼ਹਾਦਤ ਦੇ ਬਹੁਤ ਸਾਰੇ ਕਾਰਨ ਸੀ। ਮੁੱਢਲੇ ਕਾਰਨਾਂ ਦੇ ਵਿੱਚੋਂ ਆਪ ਨੇ ਕੁਝ ਕਾਰਨ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ, ਤੇ ਨਾਲ ਆਪ ਜੀ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਾਣਾ ਹੁਕਮ ਜਿਹੜਾ ਮੰਨਿਆ ਹੈ। ਕਿਉਂਕਿ ਜੇ ਗੁਰੂ ਤਾਂ ਆਪ ਸਮਰੱਥ ਹੈ, ਗੁਰੂ ਜੋ ਚਾਹੁੰਦਾ ਹੈ ਤਾਂ ਕੁਝ ਵੀ ਕਰ ਸਕਦਾ ਸੀ। ਜੇਕਰ ਅਸੀਂ ਗੱਲ ਸਾਈਂ ਮੀਆਂ ਮੀਰ ਜੀ ਦੀ ਕੀਤੀ ਜਾਵੇ ਤਾਂ ਉੱਥੇ ਉਹਨਾਂ ਨੇ ਜਿਹੜਾ ਇੱਕ ਵਾਕਿਆ ਸੀ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਕਿ ਸਾਈਂ ਮੀਆਂ ਮੀਰ ਜੀ ਇਜਾਜ਼ਤ ਮੰਗਦੇ ਨੇ ਕਿ ਮੈਂ ਕੁਝ ਵੀ ਕਰ ਸਕਦਾ, ਪਰ ਗੁਰੂ ਜੀ ਕਹਿੰਦੇ ਨਹੀਂ ਕਿ ਇਹ ਅਕਾਲ ਪੁਰਖ ਦਾ ਹੁਕਮ ਹੈ, ਭਾਣਾ ਹੈ। ਤੇ ਰਜ਼ਾ ਅਸੀਂ ਸਿੱਖਾਂ ਨੂੰ ਸਿਖਾਉਣੀ ਹੈ ਕਿ ਹੁਕਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ, ਤੇ ਉਹਦੇ ਹੁਕਮ ਨੂੰ ਕਿਵੇਂ ਮੰਨਣਾ ਹੈ, ਉਹਦੇ ਰਜ਼ਾ ਦੇ ਵਿੱਚ ਕਿਵੇਂ ਰਹਿਣਾ, ਇਹ ਵੀ ਜਿਹੜਾ ਪ੍ਰਸੰਗ ਸਾਂਝਾ ਕੀਤਾ ਜਾਵੇ। ਵੇਖੋ, ਭਾਵੇਂ ਇਤਿਹਾਸ ਦੱਸਦਾ ਕਿ ਸਾਈਂ ਮੀਆਂ ਮੀਰ ਜਿਹੜਾ ਸੀ, ਇਹਦਾ ਸਾਈਂ ਹੋਣ ਕਰਕੇ ਉੱਚਾ ਰੁਤਬਾ ਸੀ ਇਸਲਾਮ ਦੇ ਵਿੱਚ ਜੀ। ਤੇ ਉਹ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਦਿੱਲੀ ਦਰਬਾਰ ਨੂੰ ਰਿਕੁਐਸਟ ਕਰਦਾ ਜਾਂ ਮੈਂ ਕੋਈ ਖੱਤ ਲਿਖਦਾ, ਤੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਮਨਾ ਕਰ ਦਿੱਤਾ। ਕਹਿੰਦੇ ਅਸੀਂ ਲਿਖਦੇ ਰਹੇ ਹਾਂ ਖੱਤ ਅਕਾਲ ਪੁਰਖ ਦੇ ਵੱਲ, ਤੇ ਜਿਹੜੇ ਖੱਤ ਉਹਨੂੰ ਮਨਜ਼ੂਰ ਹੈ ਅਸੀਂ ਉਹੀ ਖੱਤ ਜਿਹੜੇ ਉਹਨੂੰ ਲਿਖ ਕੇ ਜਵਾਬ ਲੈਨੇ, ਜਿਹੜੇ ਖੱਤ ਰੱਬ ਨੂੰ ਮਨਜ਼ੂਰ ਨਹੀਂ ਉਹ ਅਸੀਂ ਹੋਰ ਕਿਸੇ ਵੱਲ ਲਿਖਣੇ ਵੀ ਨਹੀਂ। ਇਸ ਕਰਕੇ ਜੇ ਸਾਡੀ ਸ਼ਹੀਦੀ ਵਿੱਚੋਂ ਕੋਈ ਪੰਥ ਨੂੰ ਨਵੀਂ ਰੂਪ ਰੇਖਾ ਮਿਲਦੀ ਹੈ, ਇਹਦੇ ਤੇ ਜਵਾਨੀ ਛਾਉਂਦੀ ਹੈ, ਤੇ ਅਸੀਂ ਸ਼ਹੀਦ ਹੋਣ ਨੂੰ ਤਿਆਰ। ਕਿਉਂਕਿ ਸਾਊਥ ਏਸ਼ੀਆ ਵਿੱਚ ਕੀ ਪੂਰੇ ਏਸ਼ੀਆ ਵਿੱਚ ਅਜੇ ਤੱਕ ਕੋਈ ਏਡੇ ਵੱਡੇ ਪੱਧਰ ਦਾ ਸ਼ਹੀਦ ਨਹੀਂ ਸੀ ਹੋਇਆ ਜੀ। ਕਿਉਂਕਿ ਸ਼ਹੀਦ ਹੋਏ ਹੀ ਇਹ ਹੈ ਪਹਿਲੇ ਜੀ, ਕੁਰਬਾਨੀ ਹੁੰਦੀ ਰਹੀ ਹੈ,
ਕੁਰਬਾਨੀ ਭਾਵੇਂ ਹਸਨ ਤੇ ਹੁਸੈਨ ਜਿਹੜੇ ਆਪਣੇ ਮੁਹੰਮਦ ਸਾਹਿਬ ਦੇ ਦੋਹਤੇ ਸਨ ਕਰਬਲਾ ਦੇ ਮੈਦਾਨ ਵਿੱਚ ਜੀ, ਉਹਨਾਂ ਦੀ ਕੁਰਬਾਨੀ ਹੋਈ ਹੈ। ਉਹ ਸ਼ਹੀਦ ਹੋਣ ਨੂੰ ਤਿਆਰ ਨਹੀਂ ਸੀ, ਪੱਥਰ ਮਾਰ ਮਾਰ ਕੇ ਉਹਨਾਂ ਨੂੰ ਜਿਹੜਾ ਸੀ ਉਹ ਕੁਰਬਾਨ ਕੀਤਾ ਗਿਆ ਜੀ, ਤਿਆਰ ਨਹੀਂ ਸੀ। ਹੂੰ, ਸ਼ਹੀਦੀ ਤੇ ਕੁਰਬਾਨੀ ਵਿੱਚ ਫਰਕ ਹੈ। ਫਰਕ ਹੈ। ਕੁਰਬਾਨੀ ਜਿਹੜੀ ਉਹ ਬਦੋ ਬਦੀ ਲਈ ਜਾਂਦੀ ਹੈ, ਹੂੰ, ਸ਼ਹੀਦੀ ਜਿਹੜੀ ਆਪਣੀ ਮਰਜ਼ੀ ਨਾਲ ਜਾ ਕੇ ਦਿੱਤੀ ਜਾਂਦੀ ਹੈ। ਜੀ, ਉਸ ਵੇਲੇ ਭਾਵੇਂ ਮਨਸੂਰ ਨੂੰ ਵੀ ਸੂਲੀ ਤੇ ਟੰਗਿਆ ਗਿਆ, ਹੂੰ, ਈਸਾ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ, ਜੀ, ਪਰ ਉਹ ਸਾਰੀਆਂ ਜਿਹੜੀਆਂ ਕੁਰਬਾਨੀਆਂ ਸ਼ਹੀਦੀਆਂ ਨੇ, ਸ਼ਹੀਦੀ ਪਹਿਲੀ ਇਹ ਹੋਈ ਹੈ ਹੂੰ, ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਿਹਾ ਫਲਸਫੇ ਨਾਲ ਕੋਈ ਸਮਝੌਤਾ ਨਹੀਂ, ਹੂੰ, ਅਸੀਂ ਸ਼ਹੀਦ ਹੋਣ ਨੂੰ ਤਿਆਰ ਹਾਂ, ਜੀ, ਨਾ ਕੋ ਕਿਸੇ ਨੂੰ ਟੈਕਸ ਦੇਵਾਂਗੇ, ਹੂੰ, ਨਾ ਕਿਸੇ ਕੋਈ ਬਾਹਰੀ ਬਾਣੀ ਨੂੰ ਵਿੱਚ ਦਰਜ ਕਰਾਂਗੇ, ਹੂੰ, ਨਾ ਅਸੀਂ ਕਿਸੇ ਦੀ ਅਧੀਨਗੀ ਸਵੀਕਾਰ ਕਰਾਂਗੇ, ਖੁਦ ਮੁਖਤਿਆਰ ਹੈ, ਨਾ ਅਸੀਂ ਕੋਈ ਜਾਤੀ ਪਾਤੀ ਨੂੰ ਤਰਜੀਹ ਦੇ ਸਕਦੇ ਹਾਂ। ਇਹ ਸਾਰਾ ਕੁਝ ਜਿਹੜਾ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਬਾਕੀ ਸਾਰਾ ਕੁਝ ਉਹਨਾਂ ਨੇ ਰੱਦ ਕਰਕੇ ਆਪ ਆਪਣੀ ਤਿਆਰੀ ਕਰਕੇ ਜਿਹੜਾ ਸੀ ਉਹ ਸ਼ਹਾਦਤ ਦਾ ਜਾਮ ਪੀਤਾ, ਹੂੰ, ਜਿਹਦੇ ਵਿੱਚੋਂ ਫਿਰ ਮੀਰੀ ਤੇ ਪੀਰੀ ਨਿਕਲਦੀ ਹੈ, ਜੀ, ਜਿਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਨਿਕਲਦਾ ਹੈ, ਹੂੰ, ਜਿਹਦੇ ਵਿੱਚੋਂ ਫਿਰ ਜਿਹੜਾ ਹੈ ਉਹ ਦਸਤਾਰਾਂ ਨਿਕਲਦੀਆਂ ਹੈ, ਘੋੜ ਸਵਾਰੀ ਨਿਕਲਦੀ ਹੈ, ਹੂੰ, ਜਿਹਦੇ ਵਿੱਚੋਂ ਗਤਕਾ ਨਿਕਲਦਾ ਹੈ, ਨੇਜੇਬਾਜੀ ਨਿਕਲਦੀ ਹੈ। ਸਾਰਾ ਕੁਝ ਜਿਹੜਾ ਹੈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਬਦੌਲਤ ਹੈ। ਹੂੰ। ਨਿਰਭਉ ਤੇ ਨਿਰਵੈਰ ਦਾ ਜਿਹੜਾ ਸੰਕਲਪ ਆ ਉਹ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਵੇਂ ਨਿਰਭਉ ਤੇ ਨਿਰਵੈਰ ਭੱਟਾਂ ਨੇ ਇੱਕ ਗੱਲ ਲਿਖੀ ਹੈ ਜੀ, ਉਹ ਕਹਿੰਦੇ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਾਰ, ਹੂੰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰ। ਜੀ, ਕਹਿੰਦੇ ਅਸੀਂ ਰੱਬ ਦੇ ਸੁਭਾਅ ਤੋਂ ਵੀ ਜਾਣੂ ਹੈ ਹੂੰ, ਤੇ ਗੁਰੂ ਅਰਜਨ ਸਾਹਿਬ ਦਾ ਸੁਭਾਅ ਵੀ ਵੇਖਿਆ ਹੈ। ਕਹਿ ਲੋ ਵੀ ਇਹ ਸਾਹਮਣੇ ਗੁਰੂ ਅਰਜਨ ਨਹੀਂ ਰੱਬ ਹੀ ਬੈਠਾ ਹੈ, ਹੂੰ, ਇੱਕ ਨਿਰਭਉ ਨਿਰਵੈਰ ਹੀ ਨਹੀਂ, ਜਿੰਨੇ ਗੁਣ ਕਹਿੰਦੇ ਅਸੀਂ ਰੱਬ ਵਿੱਚ ਵੇਹਨੇ ਹੈ ਜੀ, ਉਹਨੇ ਗੁਣ ਗੁਰੂ ਅਰਜਨ ਸਾਹਿਬ ਵਿੱਚ ਮੌਜੂਦ ਹੈ, ਹੂੰ। ਤੇ ਇਹਨਾਂ ਦੋਵਾਂ ਵਿੱਚ ਕੋਈ ਫਰਕ ਨਹੀਂ। ਤੇ ਸਿਫਤਾਂ ਕਰ ਰਹੇ ਆ ਤੁਸੀਂ, ਤੇ ਸਿਫਤਾਂ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਤੇ ਇੱਥੇ ਤੱਕ ਵੀ ਜਿਹੜੀ ਭੱਟ ਬਾਣੀ ਅਸੀਂ ਚਾਹੁੰਦੇ ਆ ਆਪ ਜੀ ਦੇ ਮੁਖਾਰਬਿੰਦ ਤੋਂ ਸੁਣਨੀ ਉਹ ਬਾਣੀ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਵੀ ਮਨੁੱਖ ਗੁਰੂ ਮਹਾਰਾਜ ਜੀ ਦਾ ਨਾਮ ਲੈਣਗੇ ਉਹ ਜੂਨੀ ਆ ਜਿਹੜੀ ਮਨੁੱਖਾ ਦੇਹੀ ਆ ਜਿਹੜੀ ਉਹ ਕੱਟ ਜਾਵੇਗਾ, ਉਹਨਾਂ ਦਾ ਜਨਮ ਮਰਨ ਹੀ ਜਿਹੜਾ ਸਫਲ ਹੋ ਜਾਵੇਗਾ। ਵੇਖੋ ਕਹਿੰਦੇ ਜਬ ਲਓ ਨਹੀਂ ਭਾਗ ਲਾਰ ਉਦੈ ਤਬ ਲਓ ਭਰਮਤੇ ਫਿਰਤੇ ਬਹੁਤਾਇਓ। ਕਹਿੰਦੇ ਜਦੋਂ ਸਾਡੇ ਭਾਗ ਨਹੀਂ ਸੀ ਉੱਚੇ ਵੱਡੇ ਉਹਨਾਂ ਚਿਰ ਅਸੀਂ ਇੱਧਰ ਉੱਧਰ ਧਾਉਂਦੇ ਤੇ ਪਾਉਂਦੇ ਫਿਰਦੇ ਸੀ। ਕਲ ਘੋਰ ਸਮੁੰਦਰ ਮੈਂ ਬੂਢਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਹਿੰਦੇ ਅਸੀਂ ਸੰਸਾਰ ਸਮੁੰਦਰ ਵਿੱਚ ਇਹ ਡੁੱਬ ਰਹੇ ਸੀ। ਕਲ ਘੋਰ ਸਮੁੰਦਰ ਮੈਂ ਬੂਢਤ ਥੇ ਤਬ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਹਿੰਦੇ ਅੱਗੇ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਕਹਿੰਦੇ ਜਿਹਨੇ ਗੁਰੂ ਅਰਜਨ ਸਾਹਿਬ ਨੂੰ ਜਪਿਆ ਉਹਦੇ ਤੇ ਕੋਈ ਸੰਕਟ ਨਹੀਂ ਆਉਂਦਾ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਗਰਭ ਵਿੱਚ ਨਹੀਂ ਆਉਂਦਾ, ਭਾਵ ਕਿ ਉਹ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦਾ ਹੈ। ਤੇ ਗੁਰੂ ਅਰਜਨ ਸਾਹਿਬ ਨੂੰ ਜਪਣ ਦਾ ਮਤਲਬ ਇਹ ਹੈ ਉਹਨਾਂ ਵਾਲੇ ਗੁਣ ਜ਼ਿੰਦਗੀ ਵਿੱਚ ਧਾਰਨ ਕਰਨੇ, ਉਹਨਾਂ ਦਾ ਨਾਂ ਲੈਣ ਦੇ ਨਾਲ ਨਾਲ ਉਹਨਾਂ ਦੀ ਸ਼ਖਸੀਅਤ ਸਾਡੀ ਅੱਖਾਂ ਵਿੱਚ ਹੋਵੇ, ਸਾਡੇ ਜੀਵਨ ਵਿੱਚ ਹੋਵੇ। ਇਹ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਜੇ ਜ਼ਿੰਦਗੀ ਵਿੱਚ ਹੋਣ ਤੇ ਮਨੁੱਖ ਜਨਮ ਮਰਨ ਦੇ ਬੰਧਨ ਤੋਂ, ਜੂਨਾਂ ਤੋਂ, ਸੰਕਟਾਂ ਤੋਂ ਮੁਕਤ ਹੋ ਜਾਂਦਾ ਜੀ। ਤੇ ਸਿੰਘ ਸਾਹਿਬ ਨੇ ਜਿਵੇਂ ਗੁਰੂ ਮਹਾਰਾਜ ਜੀ ਦਾ ਜੀਵਨ ਕਾਲ ਹੈ ਜਿਹੜਾ ਉਹਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਨੇ ਤੇ ਅਕਸਰ ਅਸੀਂ ਇਹੀ ਵੇਖਦੇ ਹਾਂ ਕਿ ਜਿਹੜੀਆਂ ਮਹਾਨ ਸ਼ਖਸੀਅਤਾਂ ਹੁੰਦੀਆਂ ਨੇ, ਮਹਾਨ ਰੂਹਾਂ ਹੁੰਦੀਆਂ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਅਸੀਂ ਕੁਝ ਅਹਿਮ ਗੱਲਾਂ ਜਿਹੜੀਆਂ ਕਿ ਪ੍ਰਮੁੱਖ ਗੱਲਾਂ ਨੇ ਉਹ ਗੁਣ ਜਿਹੜੇ ਉਹਨਾਂ ਦੇ ਆ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੇ ਹੁੰਦੇ ਨੇ, ਜਿਸ ਦੇ ਨਾਲ ਗੁਰੂ ਦੀ ਸਿੱਖਿਆ ਲੈ ਕੇ ਜਿਹੜਾ ਮਨੁੱਖਾ ਦੇਹੀ ਹੈ, ਇਸ ਮਨੁੱਖਾ ਦੇਹੀ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਾਂਦਾ ਹੈ। ਸਿੰਘ ਸਾਹਿਬ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਆਪ ਜੀ ਸਾਡੇ ਤਮਾਮ ਜਿਹੜੀ ਦੇਸ਼ ਤੇ ਵਿਦੇਸ਼ ਦੀ ਸਾਧ ਸੰਗਤ ਜੀ ਹੈ ਜੋ ਸਾਨੂੰ ਸੁਣ ਰਹੇ ਨੇ ਇਸ ਅੱਜ ਦੇ ਮਹਾਨ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਦੇ ਜਿਹੜਾ ਮੌਜੂਦਾ ਸਥਿਤੀਆਂ ਨੇ ਜਾਂ ਜਿਹੜੀਆਂ ਸਮਕਾਲ ਪਰਿਸਥਿਤੀਆਂ ਨੇ ਇਹਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਇੱਕ ਤਾਂ ਤੁਹਾਡਾ ਅਸੀਂ ਸੰਦੇਸ਼ ਚਾਹਾਂਗੇ, ਆਪ ਜੀ ਸੰਗਤ ਨੂੰ ਆਪਣੇ ਅਨੁਭਵ ਵਿਚਾਰ ਸਾਂਝੇ ਕਰੋ, ਸੰਦੇਸ਼ ਅੱਜ ਦੇ ਦਿਹਾੜੇ ਦੇ ਉੱਪਰ ਆਪ ਜੀ ਦਾ ਕੀ ਹੋਵੇਗਾ। ਤੇ ਦੂਸਰਾ ਸਵਾਲ ਇਹ ਹੈ ਕਿ ਉਸ ਵੇਲੇ ਗੁਰੂ ਘਰ ਦੀ ਮਹਾਨਤਾ, ਗੁਰੂ ਘਰ ਦੀ ਵਡਿਆਈ, ਸਿਫਤ ਜੋ ਹੋ ਰਹੀ ਸੀ ਉਸ ਨੂੰ ਵੇਖ ਕੇ ਈਰਖਾ ਸਾੜਾ ਕੁਝ ਲੋਕ ਕਰਦੇ ਸਨ ਤੇ ਅੱਜ ਵੀ ਉਹ ਲੋਕ ਮੌਜੂਦ ਨੇ ਜਿਹੜੇ ਗੁਰੂ ਘਰ ਦੀ ਸਿਫਤਾਂ ਵਡਿਆਈਆਂ
ਵੇਖ ਕੇ ਸਾੜਾ ਕਰਦੇ ਨੇ ਤੇ ਕੁਝ ਕੋਝੀਆਂ ਹਰਕਤਾਂ ਅੱਜ ਵੀ ਨਿਰੰਤਰ ਜਾਰੀ ਨੇ। ਜਿੱਥੇ ਮਾਨਸਿਕ ਤੌਰ ਤੇ ਸੱਟ ਵੱਜੀ ਸੀ ਕਿ ਜਦੋਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੀ ਸੱਟ ਜਿਹੜੀ ਅਸਹਿ ਸੀ ਸਿੱਖਾਂ ਲਈ, ਅੱਜ ਵੀ ਅਸਹਿ ਹੈ। ਤੇ ਅੱਜ ਵੀ ਕੁਝ ਨਾ ਕੁਝ ਅਜਿਹੀਆਂ ਕੋਝੀਆਂ ਹਰਕਤਾਂ ਹੋ ਰਹੀਆਂ ਨੇ ਕਿ ਮਾਨਸਿਕ ਤੌਰ ਤੇ, ਕਿਉਂਕਿ ਇਹ ਕੌਮ ਹੈ ਜਿਹੜੀ ਇਹ ਸਰੀਰਕ ਤੌਰ ਤੇ ਖਤਮ ਨਹੀਂ ਹੋ ਸਕਦੀ, ਜੋ ਲਾ ਲਿਆ ਸਾਰਾ ਵੈਰੀ ਨੇ, ਪਰ ਮਾਨਸਿਕ ਤੌਰ ਤੇ ਜਿਹੜੀਆਂ ਸੱਟਾਂ ਉਹ ਮਾਰੀਆਂ ਜਾ ਰਹੀਆਂ ਨੇ। ਇਹਨਾਂ ਜਿਹੜੀਆਂ ਸੱਟਾਂ ਨੇ ਇਹਨਾਂ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ ਤੇ ਇਹ ਜਿਹੜੇ ਅੱਜ ਦਾ ਜਿਹੜਾ ਪਾਵਨ ਦਿਹਾੜਾ ਹੈ ਇਹਦੇ ਉੱਪਰ ਆਪ ਜੀ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤ ਨੂੰ? ਵੇਖੋ, ਸਭ ਤੋਂ ਵੱਡਾ ਸੰਦੇਸ਼ ਤੇ ਸਾਨੂੰ ਗੁਰੂ ਅਰਜਨ ਸਾਹਿਬ ਨੇ ਇਹੀ ਦਿੱਤਾ ਹੈ ਕਿ ਇਹ ਜਿਹੜੀ ਬਾਣੀ ਹੈ ਇਹਨੂੰ ਜੀਵਨ ਦਾ ਆਧਾਰ ਬਣਾਉਣਾ ਹੈ ਜੀ। ਇਹ ਮੈਂ ਤੁਹਾਨੂੰ ਦੇ ਕੇ ਚੱਲਿਆ, ਇਹਨੂੰ ਕੀ ਸਮਝਣਾ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਅਵਰ ਨਾ ਕੋਈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਜਿਹੜਾ ਗੁਰਬਾਣੀ ਪੜ੍ਹੇਗਾ, ਸੁਣੇਗਾ, ਜੁੜੇਗਾ, ਉਹ ਪ੍ਰਤੱਖ ਤੌਰ ਤੇ ਤਰੇਗਾ ਹੀ ਤਰੇਗਾ, ਡੁੱਬੇਗਾ ਨਹੀਂ। ਸੋ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਇਹ ਗੁਰਬਾਣੀ ਸਾਡੀ ਨਹੀਂ ਜੀ, ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਉਹ ਮੇਰੇ ਤੇ ਮਿਹਰਬਾਨ ਹੋਇਆ ਤੇ ਸੱਚ ਦੀ ਵਿਆਖਿਆ ਫਿਰ ਅਸੀਂ ਲਿਖੀ ਹੈ ਜੀ। ਸੋ ਮੇਨ ਗੱਲ ਇਹ ਹੈ, ਜੋ ਰੱਬੀ ਪਿਆਰ, ਰੱਬੀ ਮੁਹੱਬਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ, ਜਾਂ ਉਹਨੂੰ ਮਿਲਣ ਦੇ ਰਸਤੇ ਲਿਖੇ ਹੈ, ਜਾਂ ਜੀਵਨ ਨੂੰ ਜਿਉਣ ਦੇ ਜਿਹੜੇ ਖਿਆਲਾਤ ਉਹਦੇ ਵਿੱਚ ਲਿਖੇ ਹੈ, ਜੇ ਉਹ ਜ਼ਿੰਦਗੀ ਵਿੱਚ ਧਾਰਨ ਕਰ ਲਈਏ ਤੇ ਹੋਰ ਸੰਦੇਸ਼ ਦੀ ਸਾਨੂੰ ਲੋੜ ਰਹਿ ਨਹੀਂ ਜਾਂਦੀ। ਕਿਉਂਕਿ ਇਹਦੇ ਵਿੱਚ ਬਾਬਾ ਨਾਨਕ ਸੰਦੇਸ਼ ਕਰ ਰਹੇ ਜੀ, ਗੁਰੂ ਅੰਗਦ ਸਾਹਿਬ ਕਰ ਰਹੇ, 15-35 ਮਹਾਂਪੁਰਖ ਉਹਦੇ ਵਿੱਚ ਸਾਨੂੰ ਸੰਦੇਸ਼ ਦਿੰਦੇ ਹੈ, ਔਰ ਰੋਜ਼ਾਨਾ ਸਾਨੂੰ ਉਹਦੇ ਵਿੱਚੋਂ ਸੰਦੇਸ਼ ਲੈ ਕੇ ਜੀਵਨ ਬਤੀਤ ਕਰਨਾ ਚਾਹੀਦਾ। ਤੇ ਦੂਸਰੇ ਪਾਸੇ ਜਿਹੜੀਆਂ ਕੋਝੀਆਂ ਹਰਕਤਾਂ ਹੁੰਦੀਆਂ ਉਹਦੇ ਪ੍ਰਤੀ ਸਾਨੂੰ ਸੁਚੇਤ ਇਸ ਤਰੀਕੇ ਨਾਲ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਾਂ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ, ਉਸ ਅਖੰਡ ਪਾਠ ਸਾਹਿਬ ਦੇ ਨਾਲ ਘੱਟ ਤੋਂ ਘੱਟ 2 ਪਰਿਵਾਰਕ ਮੈਂਬਰ ਹੋਣ ਜੀ, 2 ਜਿਹੜੇ ਪਹਿਰੇਦਾਰ ਜਿਨ੍ਹਾਂ ਦੇ ਹੱਥ ਵਿੱਚ ਸ਼੍ਰੀ ਸ਼ਾਹ ਮੌਜੂਦ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਣ ਜੀ। ਤੇ ਜੇ ਸਰਕਾਰ ਵਾਕਿਆ ਹੀ ਚਾਹੁੰਦੀ ਹੈ ਵੀ ਇਹੋ ਜਿਹੀਆਂ ਹਰਕਤਾਂ ਨਾ ਹੋਣ, ਤੇ NSG ਕਮਾਂਡੋ 2-1 ਗੁਰੂ ਘਰ ਵਿੱਚ ਲਗਾਏ ਜਾ ਸਕਦੇ ਆ, ਜਿਨ੍ਹਾਂ ਨੂੰ ਖਾਸ ਤੌਰ ਤੇ ਟ੍ਰੇਨਿੰਗ ਦਿੱਤੀ ਹੁੰਦੀ ਹੈ ਵੀ ਕਿਵੇਂ ਵੈਰੀ ਦੀ ਅੱਖ ਪਛਾਣਨੀ ਹੈ, ਕਿਵੇਂ ਜਿਹੜਾ ਗਲਤ ਅਨਸਰ ਹੈ ਉਹਦੀ ਪਛਾਣ ਕਰਨੀ ਹੈ। ਇਹੋ ਜਿਹੇ ਜਿਹੜੇ ਕਮਾਂਡੋ ਗੁਰਸਿੱਖ ਬੰਦੇ ਹੈ, ਉਹਨਾਂ ਨੂੰ ਗੁਰੂ ਘਰ ਦੀ ਨਿਗਰਾਨੀ ਵਾਸਤੇ ਪੁਆਇੰਟ ਕੀਤਾ ਜਾਏ। ਤੇ ਬਾਕੀ ਜਿਹੜਾ ਫਰਜ਼ ਸਾਡਾ ਬਣਦਾ ਨੌਜਵਾਨਾਂ ਦਾ ਜੀ, ਵੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਜਾਈਏ ਆਈਏ, ਤਾਂ ਕਿ ਸਾਡਾ ਰਾਬਤਾ ਗੁਰੂ ਘਰ ਨਾਲ ਬਣਿਆ ਰਹੇ ਜੀ। ਤੇ ਬੇਦਬੀ ਕਰਨ ਵਾਲੇ ਨੂੰ ਵੀ ਪਤਾ ਹੋਵੇ ਵੀ ਇੱਥੇ ਜਿਹੜਾ ਜਾਵਾਂਗੇ ਤੇ ਸਾਡਾ ਜਾਨੀ ਮਾਲੀ ਨੁਕਸਾਨ ਹੋਏਗਾ। ਬਾਕੀ ਅੰਦਰ ਜਦੋਂ ਬਾਣੀ ਪੜ੍ਹਨ ਵਾਲੇ ਗ੍ਰੰਥੀ ਸਿੰਘ ਕੋਲ 2 ਬੰਦੇ ਮੌਜੂਦ ਹੋਣਗੇ, 2 ਪਹਿਰੇਦਾਰ ਹੋਣਗੇ, ਤੇ ਕੌਣ ਜ਼ੁਰਤ ਕਰੇਗਾ ਬੇਦਬੀ ਕਰਨ ਦੀ? ਅਸਲ ਵਿੱਚ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਹੁਕਮਨਾਮੇ ਤੱਕ ਚੇਤਾ ਹੀ ਭੁਲਾ ਦਿੰਦੇ ਆ ਵੀ ਅਖੰਡ ਪਾਠ ਸਾਹਿਬ ਹੋ ਰਿਹਾ ਹੈ। ਕਈ ਵਾਰੀ ਇਕੱਲਾ ਗ੍ਰੰਥੀ ਸਿੰਘ ਪਾਠ ਕਰ ਰਿਹਾ ਹੁੰਦਾ ਹੈ, ਤੇ ਜੇ ਕੋਈ ਆ ਕੇ ਉਹਦੇ ਤੇ ਅਟੈਕ ਕਰੇਗਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਕੰਟੀਨਿਊ ਪੜ੍ਹੇਗਾ ਕਿ ਜਾਂ ਉਹ ਆਪਣੇ ਆਪ ਦਾ ਬਚਾਅ ਕਰੇਗਾ। ਸੋ ਇਸ ਤਰੀਕੇ ਨਾਲ ਕਿਤੇ ਨਾ ਕਿਤੇ ਜਿੱਥੇ ਸਾਡੀ ਢਿੱਲ ਹੈ ਉਹਨੂੰ ਪੂਰੀ ਕੀਤਾ ਜਾਏ, ਤਾਂ ਕਿ ਅਸੀਂ ਜਿਹੜਾ ਇਹੋ ਜਿਹੀਆਂ ਘਟਨਾ ਤੋਂ ਬਚ ਸਕੀਏ ਜੀ। ਸਿੰਘ ਸਾਹਿਬ ਨੇ ਜਿਹੜਾ ਸੰਦੇਸ਼ ਦਿੱਤਾ ਹੈ, ਇਸ ਸੰਦੇਸ਼ ਦੇ ਵਿੱਚ ਇੱਕ ਤਾਂ ਗੱਲ ਕੀਤੀ ਹੈ ਗੁਰਬਾਣੀ ਦੀ, ਕਿਉਂਕਿ ਸਾਡਾ ਮੂਲ ਹੈ ਜਿਹੜਾ ਮਨ ਤੂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਹੈ ਸਾਡਾ ਜਿਹੜਾ ਅਕਾਲ ਪੁਰਖ ਦੀ ਗੁਰਬਾਣੀ ਹੈ। ਇਸ ਬਾਣੀ ਨੂੰ ਪੜ੍ਹ ਕੇ, ਇਸ ਮਹਾਨ ਪਵਿੱਤਰ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਮੂਲ ਪਛਾਣਿਆ ਜਾ ਸਕਦਾ ਹੈ। ਜਦੋਂ ਸਾਨੂੰ ਆਪਣੇ ਮੂਲ ਦੀ ਪਹਿਚਾਣ ਹੋ ਜਾਵੇਗੀ ਤਾਂ ਸਾਡੀ ਸ਼ਖਸੀਅਤ ਹੈ ਜਿਹੜੀ ਉਹਦੇ ਵਿੱਚ ਸੁਧਾਰ ਆਵੇਗਾ, ਉਹਦੇ ਸ਼ਖਸੀਅਤ ਦੇ ਵਿੱਚ ਨਿਖਾਰ ਆਵੇਗਾ, ਜਿਸ ਦੇ ਨਾਲ ਅਸੀਂ ਗੁਰੂ ਦੇ ਦਰ ਦੇ ਉੱਪਰ ਪ੍ਰਵਾਨ ਹੋ ਜਾਵਾਂਗੇ, ਜਿਸ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ। ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਉਹ ਪ੍ਰਾਪਤ ਕਰਨੀਆਂ, ਲੋਕ ਲਾਜ ਜਿਹੜੀ ਸਮਾਜ ਦੇ, ਕਈ ਵਾਰ ਅਸੀਂ ਸਮਾਜ ਨੂੰ ਖੁਸ਼ ਕਰਨ ਦੇ ਵਿੱਚ ਲੱਗ ਜਾਂਦੇ ਹਾਂ, ਪਰ ਉਹ ਨਹੀਂ ਕਰਨਾ। ਅਸੀਂ ਗੁਰੂ ਨੂੰ ਖੁਸ਼ ਕਰਨਾ, ਗੁਰੂ ਨੂੰ ਮਹੱਤਤਾ ਜਿਹੜੀ ਜ਼ਿਆਦਾ ਦੇਣੀ ਹੈ। ਜਦੋਂ ਵੀ ਕਦੇ ਕਾਰਜ ਕਰਦੇ ਹਾਂ ਗੁਰੂ ਘਰਾਂ ਦੇ ਵਿੱਚ, ਮਹੱਤਤਾ ਜਿਹੜੀ ਜ਼ਿਆਦਾ, ਆਪਣਾ ਸਮਾਂ ਜਿਹੜਾ ਗੁਰੂ ਘਰ ਨੂੰ ਜ਼ਿਆਦਾ ਦੇਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੁਦ ਬਾਣੀ ਪੜ੍ਹੀਏ। ਨੌਜਵਾਨਾਂ ਨੂੰ, ਜਿਹੜੀ ਨੌਜਵਾਨ ਪੀੜ੍ਹੀ ਹੈ, ਨੌਜਵਾਨ ਬੱਚੇ ਆ ਸਾਡੇ, ਉਹਨਾਂ ਨੂੰ ਬਾਣੀ ਦੇ ਨਾਲ ਜੋੜੀਏ, ਤਾਂ ਜੋ ਸਾਡਾ ਜੋ ਅਮੀਰ ਵਿਰਸਾ ਹੈ, ਸਾਡਾ ਅਮੀਰ ਸੱਭਿਆਚਾਰ ਹੈ, ਇਸ ਵਿਰਾਸਤ ਨੂੰ ਅਸੀਂ ਜਿੱਥੇ ਆਪ ਸੰਭਾਲ ਸਕੀਏ, ਉੱਥੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨੂੰ ਵੀ ਅਸੀਂ ਇਸ ਵਿਰਾਸਤ ਦੇ
ਰੂਬਰੂ ਕਰਕੇ ਉਹਨਾਂ ਨੂੰ ਵਿਰਾਸਤ ਸੌਂਪ ਦਿੱਤੀ ਜਾਵੇ, ਤਾਂ ਜੋ ਇਹ ਸਾਡੀ ਜਿਹੜੀ ਮਹਾਨ ਵਿਰਾਸਤ ਚੱਲਦੀ ਆ ਰਹੀ ਹੈ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇਗੀ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਹਮੇਸ਼ਾ ਹੀ ਕੌਮ ਸ਼ਹੀਦਾਂ ਨੂੰ ਯਾਦ ਕਰਦੀ ਰਹੇਗੀ। ਉਹਨਾਂ ਦੇ ਵਿੱਚੋਂ ਜਿਹੜੇ ਗੁਣ ਸਨ, ਉਹਨਾਂ ਦੀ ਸ਼ਹਾਦਤ ਨੂੰ ਪ੍ਰੇਰਣਾ ਲੈ ਕੇ ਆਪਣੇ ਜੀਵਨ ਦੇ ਵਿੱਚ ਚੰਗਿਆਈਆਂ ਵਾਲੇ ਕਾਰਜ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ। ਸੋ ਗੁਰੂ ਪਿਆਰਿਓ, ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਪਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਦੇ ਉੱਪਰ ਸਿੰਘ ਸਾਹਿਬ ਭਾਈ ਗੁਰਪਾਲ ਸਿੰਘ ਤਿੰਮੋਵਾਲ ਜੀ ਨੌਜਵਾਨ ਕਥਾ ਵਿਚਕ ਨੇ ਬਹੁਤ ਹੀ ਪਿਆਰ ਦੇ ਨਾਲ ਇਤਿਹਾਸ ਦੀ ਜਿੱਥੇ ਸਾਂਝ ਪਾਈ ਹੈ, ਉੱਥੇ ਹੀ ਜੀਵਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਿਚਰਨਾ ਹੈ, ਜੀਵਨ ਦੇ ਵਿੱਚ ਕਿਵੇਂ ਸੁਧਾਰ ਲਿਆਉਣਾ ਹੈ, ਗੁਰੂ ਕਾਲ ਤੇ ਗੁਰੂ ਇਤਿਹਾਸ ਨੂੰ ਜੀਵਨ ਦੇ ਵਿੱਚ ਕਿਵੇਂ ਧਾਰਨ ਕਰਨਾ ਹੈ, ਤਮਾਮ ਜਿਹੜੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਕੀਮਤੀ ਸਮਾਂ ਦਿੱਤਾ, ਤੇ ਦੂਸਰਾ ਗੁਰੂ ਪਿਆਰਿਓ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇਤਿਹਾਸ ਦੀ ਵਿਚਾਰ ਕਰਦੇ ਹਾਂ, ਕਈ ਵਾਰ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਸੰਗਤ ਬਖਸ਼ਣਯੋਗ ਹੈ ਜੀ। ਗੁਰੂ ਪਿਆਰਿਓ ਬਖਸ਼ ਲਿਓ ਜੀ। ਸਿੰਘ ਸੰਗ ਬਹੁਤ ਬਹੁਤ ਧੰਨਵਾਦ, ਸ਼ੁਕਰਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।